नमस्कार अदा सत श्री अकाल जी। मैं जसप्रीत सिंह पंजाब अकैडमी ऑनलाइन के पोर्टल के उपर तुहाडा स्वागत करदा। पंजाब अकैडमी ऑनलाइन यूट्यूब के उपर तुहाडा स्वागत करदा। अज जिहड़ा अपना टॉपिक रहना हैगा, अज जिहड़ा अपना टॉपिक है वो समावेशी सिक्ख्या दा हैगा। ठीक है, समावेशी सिक्ख्या की हुंदी है। समावेशी सिक्ख्या दा MCQ ते एंड दो MCQ जिहड़े अपने चलणगे। एक तो समावेशी सिक्ख्या के उपर, एक तुहाडा चलेगा नैशनल एजुकेशन पॉलिसी। एक तो तुहाडा जिहड़ा MCQ चलेगा वो नैशनल एजुकेशन पॉलिसी 2020 एंड दूसरा तुहाडा होवेगा समावेशी सिक्ख्या के उपर। तो दो क्लास पैरलल क्लास चलेगी। तो पैरलल क्लास दे विचों आपां स्टार्ट करांगे तो एंड तक सारे क्वेश्चन लगभग 18-20 क्वेश्चन तुहाडे समावेशी सिक्ख्या के टॉपिक जिहड़ा हैगा कंप्लीट करांगे। तो उस तो बाद 20 तो 30 ਦੇ ਵਿੱਚ क्वेश्चन ਜਿਹੜੇ ਆਪਣੇ ਹੋਣਗੇ ਉਹ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਹੋਣਗੇ। ਤਾਂ ਇਹਨਾਂ ਨੂੰ ਰੈਗੂਲਰ ਆਪਾਂ ਸ਼ੁਰੂਆਤ ਕਰਾਂਗੇ। ਰੈਗੂਲਰ ਹੀ ਆਪਾਂ ਜਿਹੜਾ ਇਹ ਟੌਪਿਕ ਰੱਖਾਂਗੇ। ਤਾਂ ਜਿਹੜੇ ਟੌਪਿਕ ਹੋਣਗੇ ਉਹ ਤੁਹਾਨੂੰ ਨਾਲ ਮੈਂ ਉਹਨਾਂ ਦੇ ਸਾਈਡ ਇਫੈਕਟ ਵੀ ਸਟੈਟਿਕ ਇਫੈਕਟ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਤਾਂ ਸਟੈਟਿਕ ਇਫੈਕਟ ਵੀ ਨਾਲ ਮੈਂ ਤੁਹਾਨੂੰ ਕਰਵਾਵਾਂਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵੀ ਤੇ समावेशी सिक्ख्या ਦੇ ਵਿੱਚ। ਸੈਸ਼ਨ ਥੋੜਾ ਜਿਹਾ ਲੰਬਾ ਹੋ ਸਕਦਾ ਤਾਂ ਸੈਸ਼ਨ ਦੇ ਨਾਲ ਜ਼ਰੂਰ ਬਣੇ ਰਹੋ। ਆਪਣੇ ਕਮੈਂਟ ਜਿਹੜੇ ਹੈਗੇ ਆ ਨਾਲ ਦੀ ਨਾਲ ਜਿਹੜੇ ਹੈਗੇ ਆ YouTube ਦੇ ਉੱਪਰ ਕਮੈਂਟ ਬਾਕਸ ਦੇ ਵਿੱਚ ਆਨਸਰ ਜ਼ਰੂਰ ਦੇਣੇ ਆ ਸਾਰਿਆਂ ਨੇ। ਤਾਂ ਵਧਦੇ ਆ। ਤੁਹਾਨੂੰ ਇੱਕ ਹੰਬਲ ਰਿਕੁਐਸਟ ਹੈ ਕਿ ਸੈਸ਼ਨ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਸ਼ੇਅਰ ਕਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤਾਂ ਜੋ ਹਰ ਇੱਕ ਤੁਹਾਨੂੰ ਟੌਪਿਕ ਜਿਹੜੇ ਹੈਗੇ ਆ ਉਹਨਾਂ ਦੀ ਤਿਆਰੀ ਕਰਵਾਈ ਜਾਵੇ। ਇੱਕ ਤੁਹਾਨੂੰ ਹੋਰ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਪੀਟੈਟ ਦੀ ਤਾਂ ਪੀਟੈਟ ਦਾ ਆਲਰੇਡੀ ਬੈਚ ਜਿਹੜਾ ਹੈਗਾ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ। ਦਸੰਬਰ ਦੇ ਲਗਭਗ ਦਸੰਬਰ ਦੇ ਵਿੱਚ ਜਿਹੜੇ ਹੈਗੇ ਆ ਇਹਦੇ ਫਾਰਮ ਜਿਹੜੇ ਹੈਗੇ ਆ ਓਪਨਿੰਗ ਹੋ ਜਾਵੇਗੀ। ਤਾਂ ਫਾਰਮ ਇਹਦੇ ਜਿਹੜੇ ਹੈਗੇ ਆ ਸ਼ੁਰੂਆਤ ਹੋ ਜਾਵੇਗੀ ਫਾਰਮਾਂ ਦੀ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜਨਵਰੀ ਦੇ ਵਿੱਚ ਇਹਦਾ ਜਿਹੜਾ ਹੈਗਾ ਪੇਪਰ ਲਿੱਤਾ ਜਾਵੇਗਾ। ਫੈਬ ਦੇ ਵਿੱਚ ਇਹਦਾ ਫਾਈਨਲ ਰਿਜ਼ਲਟ ਦੇ ਦਿੱਤਾ ਜਾਵੇਗਾ। ਤਾਂ ਪੀਟੈਟ ਦਾ ਜਿਹੜਾ ਹੈਗਾ ਬੈਚ ਹੈ ਉਸ ਨੂੰ ਸ਼ੁਰੂਆਤ ਕਰਾਂਗੇ ਜਲਦੀ ਤੋਂ ਜਲਦੀ। ਦੋਨੇ ਪੇਪਰਾਂ ਦਾ, ਪੇਪਰ ਫਸਟ ਐਂਡ ਪੇਪਰ ਸੈਕੰਡ ਦੋਨਾਂ ਦਾ ਹੀ ਤਿਆਰੀ ਜਿਹੜੀ ਹੈਗੀ ਆ ਔਨਲਾਈਨ ਤਿਆਰੀ ਹੀ ਤੁਹਾਨੂੰ ਕਰਵਾਈ ਜਾਵੇਗੀ। ਠੀਕ ਹੈ, ਆਫਲਾਈਨ ਵੀ ਬੈਚ ਲੱਗਣਗੇ। ਆਫਲਾਈਨ ਜਿੰਨੇ ਵੀ ਕੈਂਡੀਡੇਟਾਂ ਨੇ ਪੰਜਾਬ ਅਕੈਡਮੀ ਔਨਲਾਈਨ ਦੇ ਵਿੱਚੋਂ ਆਫਲਾਈਨ ਕਲਾਸਿਸ ਸਟਾਰਟ ਕਰਨੀ ਹੈ ਤਾਂ ਆਫਲਾਈਨ ਕਲਾਸਿਸ ਵੀ ਜਿਹੜਾ ਹੈਗਾ ਸਟਾਰਟ ਕਰ ਸਕਦਾ। ਸਾਡਾ ਨੀਚੇ ਜਿਹੜਾ ਹੈਗਾ ਨੰਬਰ ਦਿੱਤਾ ਹੋਊਗਾ ਤਾਂ ਉਹਦੇ ਵਿੱਚ ਵੀ ਜਿਹੜਾ ਹੈਗਾ ਉਹਦੇ ਨਾਲ ਕੰਟੈਕਟ ਕਰਕੇ ਤੁਸੀਂ ਆਫਲਾਈਨ ਬੈਚ ਵੀ ਲੈ ਸਕਦੇ ਹੋ। ਤਾਂ ਔਨਲਾਈਨ ਬੈਚ ਦੀ ਸੁਵਿਧਾ ਵੀ ਹੈ ਅਤੇ ਆਫਲਾਈਨ ਬੈਚ ਦੀ ਵੀ ਸੁਵਿਧਾ ਪ੍ਰਦਾਨ ਕਰਦੇ ਆ ਪੰਜਾਬ ਅਕੈਡਮੀ ਔਨਲਾਈਨ। ਤਾਂ ਟੋਟਲੀ ਤੁਹਾਨੂੰ 101% ਕਲੀਅਰ ਤੁਹਾਨੂੰ ਜਿਹੜਾ ਹੈਗਾ ਸਿਲੇਬਸ ਕਰਵਾਇਆ ਜਾਵੇਗਾ। ਪ੍ਰੋਪਰਲੀ ਜਿਹੜਾ ਹੈਗਾ ਟੌਪਿਕ ਦੇ ਰਿਗਾਰਡਿੰਗ ਤੁਹਾਡੇ ਨਾਲ ਸਿਲੇਬਸ ਡਿਸਕਸ ਕੀਤਾ ਜਾਵੇਗਾ। ਤਾਂ ਹਰ ਇੱਕ ਚੀਜ਼ ਜਿਹੜੀ ਹੈਗੀ ਆ ਪੈਟਰਨ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਹੋਵੇਗਾ। SST ਸਕਰੀਨਿੰਗ ਦਾ ਜਿਹੜਾ ਇੱਕ ਤੁਹਾਨੂੰ ਦੱਸਿਆ ਜਾਵੇ ਕਿ ਮਾਸਟਰ ਕੇਡਰ ਦੀਆਂ ਜਿਹੜੀ ਡੇਟ ਹੈ, ਮਾਸਟਰ ਕੇਡਰ ਦੀ ਜਿਹੜੀ ਡੇਟ ਹੈ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ। 19/11 ਤੱਕ ਜਿਹੜਾ ਹੈਗਾ ਉਹਦੇ ਫਾਰਮ ਫਿਲ ਕੀਤੇ ਜਾਣਗੇ। ਜਿੰਨੇ ਵੀ ਕੈਂਡੀਡੇਟ ਮਾਸਟਰ ਕੇਡਰ ਦੇ ਜਿਹੜੇ ਹੈਗੇ ਆ ਰਹਿੰਦੇ ਨੇ ਤਾਂ ਉਹਨਾਂ ਦਾ ਜਿਹੜਾ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ। ਤਾਂ ਆਪਣਾ ਮੌਕਾ ਜਿਹੜਾ ਹੈਗਾ 2017 ਨੂੰ ਦੇਖਦੇ ਹੋਏ 2 ਨੰਬਰ ਜਿਹੜੇ ਹੈਗਾ ਉਹਨਾਂ ਨੂੰ ਮਿਲੇ ਸੀ ਤਾਂ ਉਹਨਾਂ ਨੂੰ 2 ਨੰਬਰ ਜਿੰਨੇ ਕੈਂਡੀਡੇਟਾਂ ਨੂੰ ਮਿਲੇ ਆ ਜਾਂ ਜਿਹੜੇ ਫਾਰਮ ਬਣੀਓ ਰਹਿ ਗਏ ਸੀ ਤਾਂ ਉਹਨਾਂ ਨੂੰ ਫਿਲ ਕਰ ਸਕਦੇ ਹੋ। ਤਾਂ ਵੱਧਦੇ ਹਾਂ ਸੈਸ਼ਨ ਦੇ ਵੱਲ। ਤਾਂ ਪਹਿਲਾ ਕੁਐਸਚਨ ਕੀ ਹੈ? ਪਹਿਲਾ ਕੁਐਸਚਨ ਹੈ ਸਮਾਵੇਸ਼ੀ ਸਿੱਖਿਆ ਕੀ ਹੈ? ਸਮਾਵੇਸ਼ੀ ਸਿੱਖਿਆ ਕੀ ਹੈ? ਸਮਾਵੇਸ਼ੀ ਸਿੱਖਿਆ ਬਾਰੇ ਪੜ੍ਹਾਂਗੇ। ਸਮਾਵੇਸ਼ੀ ਸਿੱਖਿਆ ਤੋਂ ਸਾਡਾ ਕੀ ਭਾਵ ਹੈ? ਠੀਕ ਹੈ ਨਾ ਜੀ। ਤਾਂ ਉਹਦੇ ਬਾਰੇ ਦੇਖਾਂਗੇ ਸਮਾਵੇਸ਼ੀ ਸਿੱਖਿਆ ਹੁੰਦੀ ਕੀ ਹੈ, ਸਮਾਵੇਸ਼ੀ ਸਿੱਖਿਆ ਤੋਂ ਕੀ ਆਪਣਾ ਭਾਵ ਕੀ ਹੈ। ਆਪਸ਼ਨ A, ਆਪਸ਼ਨਾਂ 'ਤੇ ਗੱਲ ਕਰਦੇ ਹਾਂ ਜਦੋਂ ਸਾਰੇ ਅਧਿਆਪਕ ਮਿਲ ਕੇ ਪੜ੍ਹਾਉਂਦੇ ਨੇ। ਆਪਸ਼ਨ B, ਜਦੋਂ ਜਮਾਤ ਦੀ ਵਿਭਿੰਨਤਾ ਦੀ ਕਦਰ ਹੋਵੇ। ਆਪਸ਼ਨ C, ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲਾ ਕਰਨਾ। ਅਤੇ ਆਪਸ਼ਨ D, ਸਾਰੇ। ਠੀਕ ਹੈ ਨਾ। ਤਾਂ ਇਹ ਦੱਸਣਾ ਸਮਾਵੇਸ਼ੀ ਕੀ ਸਿੱਖਿਆ ਹੁੰਦੀ ਕੀ ਹੈ, ਸਮਾਵੇਸ਼ੀ ਸਿੱਖਿਆ ਕੀ ਹੁੰਦੀ ਹੈ। ਮੈਂ ਤੁਹਾਨੂੰ ਇੱਕ ਵੱਖਰਾ ਇੱਕ ਲੈਕਚਰ ਲਗਾਇਆ ਸੀ, ਟੋਟਲੀ ਉਹ ਕੀਤੇ ਸੀਗਾ ਸਮਾਵੇਸ਼ੀ ਸਿੱਖਿਆ ਦੇ ਉੱਪਰ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀ। ਘੱਟੋ ਘੱਟ 12-13 ਪੁਆਇੰਟ ਮੈਂ ਤੁਹਾਨੂੰ ਸਮਾਵੇਸ਼ੀ ਸਿੱਖਿਆ ਦੇ ਡਿਸਕਸ ਕੀਤੇ ਸੀ। ਕਿ ਮੈਂ ਕਿਹਾ ਸੀਗਾ ਕਿ ਸਮਾਵੇਸ਼ੀ ਸਿੱਖਿਆ
ਇੱਕ ਵੱਡੀ ਧਾਰਨਾ ਹੈਗੀ ਤੇ ਨਾਲ ਹੀ ਤੁਹਾਨੂੰ ਕੀ ਕੀਤਾ ਸੀਗਾ ਇੰਟੀਗ੍ਰੇਟਡ ਤੇ ਇਨਕਲੂਸਿਵ ਐਂਡ ਇੰਟੀਗ੍ਰੇਟਡ ਕਰਵਾਇਆ ਸੀ ਸਮਾਵੇਸ਼ੀ ਸਿੱਖਿਆ ਦੇ ਵਿੱਚ। ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਸੀ। ਤਾਂ ਇਹਦਾ ਰਾਈਟ ਆਨਸਰ ਕੀ ਆ ਜਾਵੇਗਾ, ਜਲਦੀ ਤੋਂ ਜਲਦੀ ਕਮੈਂਟ ਬਾਕਸ ਦੇ ਵਿੱਚ ਆਪਣਾ ਜਿਹੜਾ ਹੈਗਾ ਜ਼ਰੂਰ ਆਨਸਰ ਦਿੱਤਾ ਜਾਵੇ ਤਾਂ ਜੋ ਆਪਣੇ ਨੈਕਸਟ ਕੁਐਸਚਨ ਨੂੰ ਆਪਾਂ ਸੋਲਵ ਕਰ ਸਕੀਏ। ਤਾਂ ਹਰ ਇੱਕ ਚੀਜ਼ ਜਿਹੜੀ ਹੈਗੀ ਮੈਂ ਤੁਹਾਨੂੰ ਕਰਵਾਈ ਹੋਈ ਹੈ। ਸਮਾਵੇਸ਼ੀ ਸਿੱਖਿਆ ਕੀ ਹੁੰਦੀ ਹੈ, ਠੀਕ ਹੈ ਜੀ, ਇਹ ਦੋ ਭਾਗਾਂ ਦੇ ਵਿੱਚ ਇਨਕਲੂਸਿਵ ਐਂਡ ਇੰਟੀਗ੍ਰੇਟਡ ਹੁੰਦੀ ਹੈ। ਸਮਾਵੇਸ਼ੀ ਸਿੱਖਿਆ ਤੇ ਇੱਕ ਏਕੀਕ੍ਰਿਤ ਸਿੱਖਿਆ, ਦੋ ਚੀਜ਼ਾਂ ਹੁੰਦੀਆਂ ਨੇ। ਆਪਾਂ ਸਮਾਵੇਸ਼ੀ ਸਿੱਖਿਆ ਦੇ ਉੱਪਰ ਆਪਾਂ ਡਿਸਕਸ ਕੀਤਾ ਹੈਗਾ। ਤਾਂ ਸਮਾਵੇਸ਼ੀ ਸਿੱਖਿਆ ਹੁੰਦੀ ਕੀ ਹੈ? ਤਾਂ ਸਮਾਵੇਸ਼ੀ ਸਿੱਖਿਆ ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਵੱਡੀ ਧਾਰਨਾ ਹੁੰਦੀ ਹੈ। ਸਮਾਵੇਸ਼ੀ ਸਿੱਖਿਆ ਵਿੱਚ ਲਰਨਿੰਗ ਵਾਤਾਵਰਨ ਬੱਚਿਆਂ ਦੀ ਜ਼ਰੂਰਤਾਂ ਅਨੁਸਾਰ ਹੁੰਦਾ ਹੈਗਾ, ਠੀਕ ਹੈ ਜੀ। ਇਹ ਸਾਰੇ ਪੁਆਇੰਟ ਮੈਂ ਤੁਹਾਨੂੰ ਹਰ ਇੱਕ ਡਿਸਕਸ ਕੀਤੇ ਹੋਏ ਨੇ। ਤਾਂ ਸਮਾਵੇਸ਼ੀ ਸਿੱਖਿਆ ਕੀ ਹੁੰਦੀ ਹੈ? ਤਾਂ ਰਾਈਟ ਆਪਸ਼ਨ ਕੀ ਆ ਜਾਵੇਗਾ, ਜਦੋਂ ਜਮਾਤ ਦੀ ਵਿਭਿੰਨਤਾ ਦੀ ਕਦਰ ਹੋਵੇ ਉਹਨੂੰ ਸਮਾਵੇਸ਼ੀ ਸਿੱਖਿਆ ਕਿਹਾ ਜਾਂਦਾ। ਤਾਂ ਰਾਈਟ ਆਨਸਰ ਇਹਦਾ ਵੀ ਆ ਜਾਵੇਗਾ ਜੀ। ਤਾਂ ਜ਼ਰੂਰ ਨੋਟ ਕਰਿਓ। ਸੈਕੰਡ ਕੁਐਸਚਨ ਤੇ ਆਉਣੇ ਆ। ਸੈਕੰਡ ਕੁਐਸਚਨ ਕੀ ਹੈ ਕਿ ਸਮਾਵੇਸ਼ੀ ਸਿੱਖਿਆ ਦੇਣ ਵਾਲੇ ਅਧਿਆਪਕ ਵਿੱਚ ਕਿਹੜਾ ਗੁਣ ਮਹੱਤਵਪੂਰਨ ਨਹੀਂ ਹੁੰਦਾ? ਸਮਾਵੇਸ਼ੀ ਸਿੱਖਿਆ ਜਿਹੜਾ ਅਧਿਆਪਕ ਹੈ ਉਹ ਪੜ੍ਹਾ ਰਿਹਾ ਹੈਗਾ, ਉਹਦੇ ਵਿੱਚ ਕਿਹੜਾ ਗੁਣ ਹੈ ਜਿਹੜਾ ਉਹ ਜਿਹੜਾ ਹੈਗਾ ਜ਼ਰੂਰੀ ਨਹੀਂ ਹੁੰਦਾ ਜਾਂ ਮਹੱਤਵਪੂਰਨ ਨਹੀਂ ਹੁੰਦਾ? ਕਿਹੜੀ ਉਹ ਚੀਜ਼ ਹੈ ਜਿਹੜੀ ਚੀਜ਼ ਉਹਦੇ ਵਿੱਚ ਨਾ ਵੀ ਹੋਵੇ ਤਾਂ ਜਿਹੜਾ ਹੈਗਾ ਐਜੂਕੇਸ਼ਨ ਜਾਂ ਸਮਾਵੇਸ਼ੀ ਸਿੱਖਿਆ ਜਿਹੜਾ ਹੈਗਾ ਚੱਲ ਜਾਂਦਾ ਸਿਸਟਮ। ਉਹ ਸਮਾਵੇਸ਼ੀ ਸਿੱਖਿਆ ਦੇਣ ਵਾਲਾ ਅਧਿਆਪਕ ਵਿੱਚ ਕਿਹੜਾ ਗੁਣ ਮਹੱਤਵਪੂਰਨ ਨਹੀਂ ਹੁੰਦਾ? ਬੱਚਿਆਂ ਦਾ ਪ੍ਰਤੀ ਸੰਵੇਦਨਸ਼ੀਲ, ਸਬਰ, ਅਧਿਆਪਕ ਦਾ ਆਰਥਿਕ ਸਥਿਤੀ, ਬੱਚਿਆਂ ਦੀ ਅਯੋਗਤਾ ਦਾ ਗਿਆਨ, ਠੀਕ ਹੈ ਨਾ। ਤਾਂ ਇਹਨਾਂ ਦੇ ਵਿੱਚੋਂ ਤੁਸੀਂ ਜ਼ਰੂਰ ਇਹ ਚੀਜ਼ ਨੂੰ ਦੇਖਣਾ ਹੈਗਾ ਕਿ ਬੱਚਿਆਂ ਪ੍ਰਤੀ ਸੰਵੇਦਨਸ਼ੀਲਤਾ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ। ਉਸ ਅਧਿਆਪਕ ਦੇ ਵਿੱਚ ਸਬਰ, ਸੰਤੋਖ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ। ਅਧਿਆਪਕਾਂ ਦਾ ਆਰਥਿਕ ਸਥਿਤੀ ਵਾਲਾ ਸਿਸਟਮ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਬੱਚਿਆਂ ਦੀ ਅਯੋਗਤਾ ਦਾ ਗਿਆਨ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ। ਤਾਂ ਇਹਦੇ ਵਿੱਚੋਂ ਤੁਸੀਂ ਫਾਈਨਲ ਇੱਕ ਰਿਜ਼ਲਟ ਦੇਣਾ ਹੈਗਾ ਤਾਂ ਉਹ ਕਿਹੜਾ ਹੋਵੇਗਾ? ਤਾਂ ਜਲਦੀ ਤੋਂ ਜਲਦੀ ਕਮੈਂਟ ਬਾਕਸ ਦੇ ਵਿੱਚ ਆਪਣਾ ਸੁਝਾਅ ਤੇ ਆਪਣਾ ਆਨਸਰ ਜ਼ਰੂਰ ਦੇਣਾ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ, ਤੁਹਾਨੂੰ ਕੁਐਸਚਨ ਵਧੀਆ ਲੱਗੇ ਤਾਂ ਜਲਦੀ ਤੋਂ ਜਲਦੀ ਜਿਹੜਾ ਹੈਗਾ ਸੈਸ਼ਨ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਨਵੇਂ ਕੰਟੈਂਟ ਤੁਹਾਨੂੰ ਮਿਲਦੇ ਰਹਿਣ। ਤਾਂ ਜਲਦੀ ਤੋਂ ਜਲਦੀ ਆਨਸਰ ਦਿੱਤਾ ਜਾਵੇ। ਤਾਂ ਇਹਦਾ ਰਾਈਟ ਆਨਸਰ ਕੀ ਆ ਜਾਵੇਗਾ? ਹਾਂਜੀ, ਰਾਈਟ ਆਨਸਰ ਕੀ ਆਵੇਗਾ? ਹਾਂਜੀ, ਰਾਈਟ ਆਨਸਰ ਕੀ ਆਵੇਗਾ? ਤਾਂ ਰਾਈਟ ਆਨਸਰ ਇਹਦਾ ਜਿਹੜਾ ਹੈਗਾ ਤਾਂ ਉਹ ਹੈ ਜੀ ਅਧਿਆਪਕ ਦੀ ਆਰਥਿਕ ਸਥਿਤੀ। ਦੇਖੋ, ਅਧਿਆਪਕ ਜੇਕਰ ਆਰਥਿਕ ਸਥਿਤੀ ਤੇ ਕਮਜ਼ੋਰ ਹੈ ਤਾਂ ਇਹ ਮਹੱਤਵਪੂਰਨ ਨਹੀਂ ਹੈਗਾ ਸਿੱਖਿਆ ਦੇ ਲਈ। ਸਮਾਵੇਸ਼ੀ ਸਿੱਖਿਆ ਦੇ ਲਈ ਮਹੱਤਵਪੂਰਨ ਨਹੀਂ ਹੈਗਾ ਕਿਉਂਕਿ ਇੱਕ ਅਧਿਆਪਕ ਹੈ ਜੇਕਰ ਉਹਦੀ ਆਰਥਿਕ ਸਥਿਤੀ ਠੀਕ ਨਹੀਂ ਹੈਗੀ ਤਾਂ ਇਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਇੱਕ ਚੰਗਾ ਗੁਣ ਜਿਹੜਾ ਹੈਗਾ ਮਹੱਤਵਪੂਰਨ ਨਹੀਂ ਹੁੰਦਾ ਇਹ ਸਮਾਵੇਸ਼ੀ ਸਿੱਖਿਆ ਦਾ। ਦੇਖੋ ਵੀ ਕਾਫੀ ਚੀਜ਼ਾਂ ਹੁੰਦੀਆਂ, ਹਰੇਕ ਚੀਜ਼ ਜਿਹੜੀ ਹੈਗੀ ਆਪਣੇ ਸਿਸਟਮ ਦੇ ਨਾਲ ਇੰਪਲੀਮੈਂਟ ਹੁੰਦੀ ਹੈ। ਬੱਚਿਆਂ ਦਾ ਪ੍ਰਤੀ ਸੰਵੇਦਨਸ਼ੀਲ ਬਹੁਤ ਜ਼ਰੂਰੀ ਹੈ। ਬੱਚਿਆਂ ਦੇ ਇੱਕ ਟੀਚਰ ਦੇ ਵਿੱਚ ਸਬਰ, ਦੇਖੋ ਕਾਫੀ ਬੱਚੇ ਦੇਖੋ ਬਹੁਤ ਮੈਂ ਇੱਕ ਤੁਹਾਡਾ ਸਾਰਿਆਂ ਦਾ ਸ਼ੁਕਰ ਅਦਾ ਕਰਦਾ ਕਿ ਆਪਣੀ ਅਕੈਡਮੀ ਦੇ ਉੱਪਰ ਬਹੁਤ ਨੈਗੇਟਿਵ ਕਮੈਂਟ ਜਿਹੜੇ ਹੈਗੇ ਆ ਸਟੂਡੈਂਟਾਂ ਵੱਲੋਂ ਕੀਤੇ ਜਾਂਦੇ ਆ। ਬਹੁਤ ਰੇਅਰ ਚਾਂਸ ਹੈ, ਇੱਕ ਦੋ ਨੂੰ ਛੱਡ ਕੇ ਮੈਨੂੰ ਨਹੀਂ ਅੱਜ ਤੱਕ ਮਿਲਿਆ ਕੋਈ ਵੀ ਜਿਹਨੇ ਨੈਗੇਟਿਵ ਕਮੈਂਟ ਕੀਤਾ ਹੋਵੇ। ਇੱਕ ਟੀਚਰ ਉਹੀ ਹੁੰਦਾ ਜਿਹਦੇ ਵਿੱਚ ਪੇਸ਼ੈਂਸ ਹੋਣ, ਸਬਰ ਹੋਵੇ, ਜਿਹਦੇ ਵਿੱਚ ਹੈ ਨਾ, ਜੋ ਗੱਲ ਨੂੰ ਸਹਿਣ ਕਰ ਸਕਦਾ ਹੋਵੇ ਤਾਂ ਉਹ ਇੱਕ ਚੰਗਾ ਅਧਿਆਪਕ ਜ਼ਰੂਰ ਮੰਨਿਆ ਜਾਂਦਾ ਹੈ। ਤਾਂ ਬੱਚਿਆਂ ਦੀ ਅਯੋਗਤਾ ਦਾ ਗਿਆਨ ਹੋਣਾ ਚਾਹੀਦਾ। ਇਹ ਵੀ ਜਿਹੜਾ ਹੈਗਾ ਸਮਾਵੇਸ਼ੀ ਸਿੱਖਿਆ ਦਾ ਇੱਕ ਪਾਰਟ ਹੈ। ਤਾਂ ਵਧਦੇ ਹਾਂ ਥਰਡ ਕੁਐਸਚਨ ਵੱਲ। ਸਮਾਵੇਸ਼ੀ ਸਿੱਖਿਆ ਵਿੱਚ ਹੇਠ ਲਿਖਿਆਂ ਵਿੱਚੋਂ ਸਭ ਦੀ ਜ਼ਰੂਰਤ ਹੈ ਇਸ ਦੀ ਬਜਾਏ, ਠੀਕ ਹੈ। ਸਮਾਵੇਸ਼ੀ ਸਿੱਖਿਆ ਵਿੱਚ ਹੇਠ ਲਿਖਿਆਂ ਵਿੱਚ ਸਭ ਦੀ ਜ਼ਰੂਰਤ ਹੈ ਇਸ ਦੀ ਬਜਾਏ ਸੰਵੇਦਨਸ਼ੀਲਤਾ। ਨੰਬਰ ਏ, ਆਪਸ਼ਨ ਏ ਸੰਵੇਦਨਸ਼ੀਲਤਾ, ਆਪਸ਼ਨ ਬੀ ਸਮਤਾ ਦਾ ਨਿਰਮਾਣ, ਆਪਸ਼ਨ ਸੀ ਅਲੱਗਵਾਦ, ਠੀਕ ਹੈ, ਆਪਸ਼ਨ ਡੀ ਮਾਤਾ ਪਿਤਾ ਦਾ ਸ਼ਾਮਲ ਹੋਣਾ। ਤਾਂ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਆਨਸਰ ਚੁਆਇਸ ਕਰਨਾ ਕਿ ਸਮਾਵੇਸ਼ੀ ਸਿੱਖਿਆ ਵਿੱਚ ਹੇਠ ਲਿਖਿਆਂ ਵਿੱਚ ਸਭ ਦੀ ਜ਼ਰੂਰਤਾਂ ਹੈ ਇਸ ਦੀ ਬਜਾਏ ਕਿਹੜਾ ਹੋਵੇਗਾ? ਤਾਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਜ਼ਰੂਰ ਦੱਸੀਆਂ ਜਾਣਗੀਆਂ। ਤਾਂ ਰਾਈਟ ਆਨਸਰ ਕੀ ਹੋਵੇਗਾ? ਜਲਦੀ ਤੋਂ ਜਲਦੀ ਜਿਹੜਾ ਹੈਗਾ ਕਮੈਂਟ ਬਾਕਸ ਦੇ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ। ਤਾਂ ਹਾਂਜੀ, ਰਾਈਟ ਆਨਸਰ ਕੀ ਹੋਵੇਗਾ? ਤਾਂ ਰਾਈਟ ਆਨਸਰ ਜਿਹੜਾ ਇਹਦਾ ਆ ਜਾਏਗਾ ਸੀ ਆਪਸ਼ਨ। ਤਾਂ ਰਾਈਟ ਆਨਸਰ ਕੀ ਆ ਜਾਵੇਗਾ? ਸੀ ਆਪਸ਼ਨ ਇਹਦਾ ਰਾਈਟ ਆਨਸਰ ਹੈਗਾ। ਕੁਐਸਚਨ 4, ਐਜੂਕੇਸ਼ਨ ਆਫ ਆਲ ਇਨ ਸਕੂਲ ਫॉर ਆਲ, ਇਸ ਤੋਂ ਭਾਵ ਕੀ ਹੈ? ਮੈਂ ਤੁਹਾਨੂੰ ਹਰੇਕ ਚੀਜ਼ ਦੱਸਦਾ ਹੁੰਦਾ ਸੀ ਕਿ
ਹਰ ਇੱਕ ਥਿਉਰੀ ਜਿਹੜੀ ਹੈਗੀ ਹੈ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ। ਕੋਈ ਵੀ ਚੀਜ਼ ਕਿਸੇ ਵੀ ਰਾਈਟਰ ਦੁਆਰਾ ਕਹੀ ਹੋਵੇ ਤਾਂ, ਜਾਂ ਕਿਸੇ ਚੀਜ਼ ਦਾ ਮਤਲਬ ਪੁੱਛਿਆ ਗਿਆ ਹੋਵੇ, ਜਾਂ ਕਿਸੇ ਚੀਜ਼ ਦਾ ਅਰਥ ਪੁੱਛਿਆ ਗਿਆ ਹੋਵੇ, ਤਾਂ ਉਹ ਆਪਣੇ ਵਾਸਤੇ ਬਹੁਤ ਜ਼ਰੂਰੀ ਬਣ ਜਾਂਦੀ ਹੈ। ਤਾਂ ਐਜੂਕੇਸ਼ਨ ਆਫ ਆਲ ਇਨ ਸਕੂਲ ਫॉर ਆਲ, ਇਸ ਤੋਂ ਸਾਡਾ ਕੀ ਭਾਵ ਹੈ? ਸਹਿ ਸਿੱਖਿਆ, ਨੰਬਰ 2 ਸਮਾਵੇਸ਼ੀ ਸਿੱਖਿਆ, ਨੰਬਰ 3 ਜਿਹੜਾ ਸੀ ਆਪਸ਼ਨ ਕੀ ਹੈ? ਸਹਿਕਾਰੀ ਸਿੱਖਿਆ, ਆਪਸ਼ਨ ਡੀ ਨਵੇਕਲੀ ਸਿੱਖਿਆ। ਤਾਂ ਇਹਨਾਂ ਵਿੱਚੋਂ ਕਿਹੜਾ ਆਪਸ਼ਨ ਜਿਹੜਾ ਹੈਗਾ ਹੋਵੇਗਾ? ਐਜੂਕੇਸ਼ਨ ਆਫ ਆਲ ਇਨ ਸਕੂਲ ਫॉर ਆਲ, ਇਸ ਤੋਂ ਭਾਵ ਕੀ ਹੋਵੇਗਾ? ਠੀਕ ਹੈ ਜੀ, ਸਹਿ ਸਿੱਖਿਆ ਹੋਵੇਗਾ, ਸਮਾਵੇਸ਼ੀ ਸਿੱਖਿਆ ਹੋਵੇਗਾ, ਤਾਂ ਸਹਿਕਾਰੀ ਸਿੱਖਿਆ ਹੋਵੇਗਾ, ਜਾਂ ਨਵੇਕਲੀ ਸਿੱਖਿਆ ਹੋਵੇਗਾ। ਤਾਂ ਰਾਈਟ ਆਨਸਰ ਕੀ ਬਣ ਜਾਂਦਾ ਹੈਗਾ? ਰਾਈਟ ਆਨਸਰ ਬਣ ਜਾਂਦਾ ਜੀ ਆਪਸ਼ਨ ਬੀ। ਤਾਂ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। 5th ਕੁਐਸਚਨ ਕੀ ਕਹਿੰਦਾ ਹੈਗਾ? ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ, ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਚਾਹੀਦਾ ਹੈ। ਕੀ ਕਰਨਾ ਚਾਹੀਦਾ? ਠੀਕ ਹੈ ਨਾ, ਸਿੱਖਿਆ ਪ੍ਰਦਾਨ ਕਰਨਾ ਚਾਹੀਦਾ ਹੈ। ਠੀਕ ਹੈ, ਕਿਸ ਚੀਜ਼ ਦੇ ਲਈ? ਖਾਸ ਸਕੂਲਾਂ ਦੇ ਵਿੱਚ। ਆਪਸ਼ਨ ਏ ਖਾਸ ਸਕੂਲ, ਖਾਸ ਅਧਿਆਪਕਾਂ ਦੁਆਰਾ, ਬਾਕੀ ਸਾਰੇ ਬੱਚਿਆਂ ਦੁਆਰਾ, ਜਾਂ ਕੋਈ ਵੀ ਨਹੀਂ। ਤਾਂ ਇਹਨਾਂ ਵਿੱਚੋਂ ਰਾਈਟ ਆਨਸਰ ਕੀ ਹੋਵੇਗਾ? ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ ਖਾਸ ਸਕੂਲਾਂ ਦੇ ਵਿੱਚ, ਖਾਸ ਅਧਿਆਪਕਾਂ ਦੁਆਰਾ, ਬਾਕੀ ਸਾਰੇ ਬੱਚਿਆਂ ਦੇ ਨਾਲ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਨਸਰ ਕੀ ਹੋਵੇਗਾ? ਤਾਂ ਇਹਦਾ ਰਾਈਟ ਆਨਸਰ ਜਿਹੜਾ ਹੈਗਾ, ਤਾਂ ਰਾਈਟ ਆਨਸਰ ਕੀ ਹੋਵੇਗਾ? ਤਾਂ ਰਾਈਟ ਆਨਸਰ ਜਿਹੜਾ ਇਹਦਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। 6th ਕੁਐਸਚਨ ਕੀ ਕਹਿੰਦਾ ਹੈ? ਸਮਾਵੇਸ਼ੀ ਸਿੱਖਿਆ ਦਾ ਅਰਥ ਹੈ ਅਸੀਂ ਬਦਲੀਏ ਡੈਸ਼ ਤਾਂ ਉਹ ਫਿੱਟ ਹੋ ਸਕਦੇ ਡੈਸ਼ ਵਿੱਚ। ਠੀਕ ਹੈ ਨਾ, ਜੇ ਅਸੀਂ ਬਦਲੀਏ ਸਮਾਵੇਸ਼ੀ ਸਿੱਖਿਆ ਦਾ ਅਰਥ ਕੀ ਹੈ? ਜੇਕਰ ਅਸੀਂ ਬਦਲੀਏ ਡੈਸ਼ ਤਾਂ ਉਹ ਫਿੱਟ ਹੋ ਸਕਦੇ ਨੇ ਡੈਸ਼ ਵਿੱਚ। ਠੀਕ ਹੈ ਨਾ, ਤਾਂ ਖਾਲੀ ਸਥਾਨ ਤੁਸੀਂ ਇੱਥੇ ਭਰਨਾ ਹੈਗਾ। ਤਾਂ ਖਾਲੀ ਸਥਾਨ ਕੀ ਹੋਵੇਗਾ? ਠੀਕ ਹੈ ਜੀ, ਆਪਸ਼ਨ ਏ ਸਿਸਟਮ ਬੱਚਾ, ਆਪਸ਼ਨ ਬੀ ਬੱਚਾ ਸਿਸਟਮ ਦੇ ਵਿੱਚ, ਆਪਸ਼ਨ ਸੀ ਵਾਤਾਵਰਨ ਪਰਿਵਾਰ ਵਿੱਚ, ਆਪਸ਼ਨ ਡੀ ਬੱਚਾ ਵਾਤਾਵਰਨ ਵਿੱਚ। ਤਾਂ ਇਹਨਾਂ ਵਿੱਚੋਂ ਰਾਈਟ ਆਨਸਰ ਕੀ ਹੋਵੇਗਾ? ਤਾਂ ਜਲਦੀ ਤੋਂ ਜਲਦੀ ਜਿਹੜਾ ਇਹਦਾ ਆਪਣਾ ਕਮੈਂਟ ਹੈ, ਜਲਦੀ ਤੋਂ ਜਲਦੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰ ਦਿੱਤਾ ਜਾਵੇ। ਆਪਸ਼ਨ ਜਿਹੜਾ ਹੈਗਾ 6 ਕੁਐਸਚਨ ਦਾ ਆਨਸਰ ਕੀ ਹੋਵੇਗਾ? ਤਾਂ 6 ਕੁਐਸਚਨ ਦਾ ਆਨਸਰ ਕੀ ਹੋਵੇਗਾ? ਅਸੀਂ ਬਦਲੀਏ ਬੱਚੇ ਤਾਂ ਫਿੱਟ ਹੋ ਸਕਦੇ ਨੇ ਵਾਤਾਵਰਨ ਦੇ ਵਿੱਚ। ਠੀਕ ਹੈ ਨਾ ਜੀ, ਤਾਂ ਫਿੱਟ ਹੋ ਸਕਦੇ ਨੇ ਵਾਤਾਵਰਨ ਦੇ। ਸਿਸਟਮ ਤੁਸੀਂ ਜਿਹੜਾ ਹੈਗਾ, ਜੇਕਰ ਬੱਚੇ ਨੂੰ ਬਦਲਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਉਹੀ ਸਿਸਟਮ ਨੂੰ ਬਦਲ ਸਕਦਾ ਹੈਗਾ। ਠੀਕ ਹੈ ਨਾ, ਜੇਕਰ ਤੁਸੀਂ ਬੱਚੇ ਨੂੰ ਬਦਲੋਗੇ ਤਾਂ ਆਉਣ ਵਾਲੇ ਇਨਵਾਇਰਮੈਂਟ ਵਾਤਾਵਰਨ ਦੇ ਵਿੱਚ ਬੱਚਾ ਜਿਹੜਾ ਹੈਗਾ ਫਿੱਟ ਹੋ ਸਕਦਾ ਹੈਗਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤਾਂ ਕੁਐਸਚਨ 7ਵਾਂ ਕੀ ਕਹਿੰਦਾ? 7th ਕੁਐਸਚਨ ਕੀ ਹੈ? ਲਿਖਣ ਦੀ ਸਮਤਾ ਵਿੱਚ ਕਮੀ ਹੋਣ ਦੇ ਖਰਾਬ ਜਿਹੜਾ ਹੈਗਾ ਲਿਖਾਵਟ ਹੋਣ ਕਿਹੜੀ ਕਾਰਨ ਬਿਮਾਰੀ ਦੇ ਲੱਛਣ ਹਨ? ਠੀਕ ਹੈ ਨਾ, ਲਿਖਣ ਦੀ ਜਿਹੜੀ ਹੈਗੀ ਸਮਤਾ ਵਿੱਚ ਕਮੀ ਹੋਣਾ ਅਤੇ ਖਰਾਬ ਲਿਖਾਵਟ ਹੋਣਾ ਕਿਹੜੀ ਬਿਮਾਰੀ ਦੇ ਲੱਛਣ ਹਨ? ਠੀਕ ਹੈ ਨਾ, ਮੈਂ ਦੇਖੋ ਇਸ CDP ਦੇ ਵਿੱਚ ਤੁਹਾਨੂੰ ਦੱਸਿਆ ਹੋਇਆ। ਠੀਕ ਹੈ ਨਾ, ਤਾਂ ਉਹਦੇ ਵਿੱਚ ਤੁਹਾਨੂੰ ਮਿਲੇਗਾ। ਹਾਂ, ਆਪਸ਼ਨ ਏ ਜਿਹੜਾ ਹੈਗਾ ਡਰਾਈਸਰੈਪੀਆ, ਆਪਸ਼ਨ ਬੀ ਡਰਾਈਸਪ੍ਰੀਸ਼ੀਆ, ਆਪਸ਼ਨ ਸੀ ਡਾਇਲਸਿਸਿਆ, ਆਪਸ਼ਨ ਡੀ ਡਾਇਲਸਿਕਸਾ। ਠੀਕ ਹੈ ਨਾ, ਇਹਨਾਂ ਵਿੱਚੋਂ ਰਾਈਟ ਆਨਸਰ ਕੀ ਹੋਵੇਗਾ? ਤਾਂ 7th ਕੁਐਸਚਨ ਦਾ ਜਿਹੜਾ ਹੈਗਾ ਤੁਸੀਂ ਰਾਈਟ ਆਨਸਰ ਦੱਸਣਾ ਹੈਗਾ। ਤਾਂ 7th ਕੁਐਸਚਨ ਦਾ ਰਾਈਟ ਆਨਸਰ ਕੀ ਹੋਵੇਗਾ? ਤੁਹਾਨੂੰ ਮੈਂ ਇਹ CDP ਦੇ ਵਿੱਚ ਕਰਵਾਇਆ ਸੀ, ਤਾਂ ਉਹ ਟੌਪਿਕ ਸੀਗਾ ਜਿਹੜਾ ਵਿਟਾਮਿਨ ਤੋਂ ਪਹਿਲਾਂ ਤੁਹਾਨੂੰ ਇੱਕ ਜਿਹੜਾ ਹੈਗਾ ਟੌਪਿਕ ਕਰਵਾਇਆ ਸੀ। ਤਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਜ਼ਰੂਰ ਦੱਸੀਆਂ ਗਈਆਂ ਸੀ। ਐਜੂਕੇਸ਼ਨ ਐਕਸੈਪਸ਼ਨਲ ਚਿਲਡਰਨ ਦੇ ਵਿੱਚ ਇਹ ਤੁਹਾਨੂੰ ਟੌਪਿਕ ਕਰਵਾਇਆ ਸੀ। ਤਾਂ ਉਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀਗਾ ਇਹ ਬਿਮਾਰੀਆਂ ਬਾਰੇ। ਤਾਂ ਰਾਈਟ ਆਨਸਰ ਇਹਦਾ ਜਿਹੜਾ ਆ ਜਾਏਗਾ, ਉਹ ਰਾਈਟ ਆਨਸਰ ਜਿਹੜਾ ਇਹਦਾ ਹੈਗਾ ਜੀ ਉਹ ਹੈ ਏ। ਤਾਂ ਜ਼ਰੂਰ ਯਾਦ ਰੱਖਿਓ, ਲਿਖਣ ਦੀ ਕਮੀ ਕਾਰਨ ਜਿਹੜਾ ਖਰਾਬ ਲਿਖਾਈ ਕਾਰਨ ਕਿਹੜਾ ਰੋਗ ਹੋ ਜਾਂਦਾ ਹੈਗਾ।
ਸੈਕੰਡ ਕੀ ਹੈ 8th ਕੁਐਸਚਨ ਸਿੱਖਣ ਦੀ ਅਪਾਹਜਤਾ ਤੋਂ ਸਾਡਾ ਕੀ ਭਾਵ ਹੈ। ਸਿੱਖਣ ਦੀ ਅਪਾਹਜਤਾ ਤੋਂ ਸਾਡਾ ਕੀ ਭਾਵ ਹੈ। ਸਿਖਰ ਦੀ ਅਵਸਥਾ ਆਪਸ਼ਨ ਏ ਸਿਖਰ ਦੀ ਅਵਸਥਾ, ਆਪਸ਼ਨ ਬੀ ਪਰਿਵਰਤਨਸ਼ੀਲ ਦੀ ਅਵਸਥਾ, ਆਪਸ਼ਨ ਟੀ ਠੀਕ ਨਹੀਂ ਹੋ ਸਕਦੀ, ਆਪਸ਼ਨ ਡੀ ਜਿਹੜੀ ਹੈਗੀ ਆ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਇਹ ਕਿਹੜੀ ਇਹਨਾਂ ਵਿੱਚੋਂ ਜਿਹੜਾ ਇੱਕ ਆਪਸ਼ਨ ਕਿਹੜਾ ਹੋਵੇਗਾ ਸਿੱਖਣ ਦੀ ਅਪਾਹਜਤਾ ਤੋਂ ਕੀ ਭਾਵ ਹੋ ਸਕਦਾ ਹੈਗਾ, ਤਾਂ ਉਹ ਤੁਸੀਂ ਜ਼ਰੂਰ ਦੱਸਣਾ ਹੈਗਾ। ਤਾਂ 8ਵੇਂ ਕੁਐਸਚਨ ਦਾ ਕੀ ਆਨਸਰ ਆਵੇਗਾ। 8th ਕੁਐਸਚਨ ਦਾ ਰਾਈਟ ਆਨਸਰ ਕੀ ਆਵੇਗਾ, ਤਾਂ 8th ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਵੀ ਆਵੇਗਾ। 9th ਕੁਐਸਚਨ ਕੀ ਕਹਿੰਦਾ ਹੈ ਮੋਟਰ ਸਕਿੱਲਸ ਸਿੱਖਣ ਦੀ ਵਿਕਲਪਤਾ ਨੂੰ ਕੀ ਕਿਹਾ ਜਾਂਦਾ ਹੈਗਾ। ਮੋਟਰ ਸਕਿੱਲਸ ਸਿੱਖਣ ਦੀ ਵਿਕਲਪਤਾ ਨੂੰ ਕੀ ਕਿਹਾ ਜਾਂਦਾ ਹੈਗਾ। ਆਪਸ਼ਨ ਏ ਜਿਹੜਾ ਹੈਗਾ ਪਹਿਲਾਂ ਉੱਪਰ ਦੇ ਨਾਲ ਦੀ ਜਿਹੜਾ ਕੁਐਸਚਨ ਹੈ ਬਸ ਸਿਰਫ ਉਹ ਚੇਂਜ ਕੀਤੀ ਹੈ, ਉਹਦੇ ਵਿੱਚ ਬਿਮਾਰੀ ਕੀ ਸੀ ਤੇ ਇਹਦੇ ਵਿੱਚ ਸਿੱਖਣ ਦੀ ਵਿਕਲਪਤਾ ਨੂੰ ਕੀ ਕਿਹਾ ਗਿਆ ਹੈਗਾ। ਠੀਕ ਹੈ, ਆਪਸ਼ਨ ਏ ਕੀ ਹੈ ਡਾਇਸਗ੍ਰੇਪੀਆ, ਆਪਸ਼ਨ ਬੀ ਕੀ ਹੈ ਡਸਪ੍ਰੈਕਸੀਆ, ਆਪਸ਼ਨ ਸੀ ਕੀ ਹੈ ਡਾਇਸੈਸੀਆ, ਆਪਸ਼ਨ ਡੀ ਕੀ ਹੈ ਡਾਇਲੈਕਸੀਆ। ਤਾਂ ਇਹਨਾਂ ਵਿੱਚੋਂ ਕੀ ਆਨਸਰ ਹੋਵੇਗਾ ਤਾਂ ਜ਼ਰੂਰ ਦੱਸਿਆ ਜਾਵੇ। ਦੇਖੋ 9ਵਾਂ ਤੇ 10ਵਾਂ ਇੱਕੋ ਜਿਹਾ ਸਰੀ ਹੈ, ਭਾਸ਼ਾ ਨੂੰ ਸਮਝਣ ਦੀ ਵਿਕਾਰਤਾ ਨੂੰ ਕੀ ਕਿਹਾ ਜਾਂਦਾ ਹੈਗਾ। ਠੀਕ ਹੈ ਨਾ, ਤਾਂ ਰਾਈਟ ਆਨਸਰ ਕੀ ਹੋਵੇਗਾ 9ਵੇਂ ਦਾ। 9th ਕੁਐਸਚਨ ਦਾ ਰਾਈਟ ਆਨਸਰ ਕੀ ਆਵੇਗਾ, ਤਾਂ ਰਾਈਟ ਆਨਸਰ ਕੀ ਹੈ ਜੀ ਵੀ ਇਜ਼ ਦਾ ਰਾਈਟ ਆਨਸਰ। ਵੀ ਇਜ਼ ਦਾ ਰਾਈਟ ਆਨਸਰ। ਇੱਦਾਂ ਹੀ ਸੀ ਜਿਹੜਾ ਹੈਗਾ 10th ਦਾ ਰਾਈਟ ਆਨਸਰ ਕੀ ਹੋ ਗਿਆ ਭਾਸ਼ਾ ਨੂੰ ਸਮਝਣ ਵਾਸਤੇ ਕਿਹੜਾ ਹੋਵੇਗਾ। ਭਾਸ਼ਾ ਨੂੰ ਸਮਝਣ ਵਾਸਤੇ ਕਿਹੜਾ ਹੋਵੇਗਾ। ਭਾਸ਼ਾ ਨੂੰ ਸਮਝਣ ਵਾਸਤੇ ਕਿਹੜਾ ਹੋਵੇਗਾ, ਜਲਦੀ ਤੋਂ ਜਲਦੀ ਕਮੈਂਟ ਬਾਕਸ ਦੇ ਵਿੱਚ ਆਪਣਾ ਜਿਹੜਾ ਹੈਗਾ ਜ਼ਰੂਰ ਕਮੈਂਟ ਦਿੱਤਾ ਜਾਵੇ। ਦੇਖੋ ਇਹ ਮੈਂ ਤੁਹਾਡੇ ਨਾਲ ਵੀ ਜਿਹੜੇ ਹੈਗੇ ਆ ਕੁਐਸਚਨ ਡਿਸਕਸ ਕੀਤੇ ਹੋਏ ਆ। ਠੀਕ ਹੈ ਨਾ, ਤੁਸੀਂ ਜ਼ਰੂਰ ਚੈੱਕ ਕਰਿਓ ਕਿ ਮੈਂ ਤੁਹਾਡੇ ਨਾਲ ਕੁਐਸਚਨ ਜ਼ਰੂਰ ਜਿਹੜੇ ਹੈਗੇ ਆ ਡਿਸਕਸ ਕੀਤੇ ਹੋਏ ਨੇ ਇਹ। ਤਾਂ ਰਾਈਟ ਆਨਸਰ ਕੀ ਹੋ ਜਾਵੇਗਾ ਅਪੈਕਸੀਆ। ਤਾਂ ਇਹਦਾ ਰਾਈਟ ਆਨਸਰ ਕੀ ਹੋ ਜਾਵੇਗਾ ਭਾਸ਼ਾ ਵਾਲੇ ਦਾ 10th ਦਾ ਅਪੈਕਸੀਆ ਜਿਹੜਾ ਹੈਗਾ ਇਹਦਾ ਰਾਈਟ ਆਨਸਰ ਹੈਗਾ। ਤਾਂ ਜ਼ਰੂਰ ਜਿਹੜਾ ਹੈਗਾ ਇਸ ਚੀਜ਼ ਨੂੰ ਰਿਵਾਈਜ਼ ਕਰਿਓ। ਦੇਖੋ ਮੈਂ ਤੁਹਾਨੂੰ PDF ਜਿਹੜੇ ਹੈਗੀ ਆ ਤੁਹਾਨੂੰ ਮਿਲ ਜਾਣੀ ਹੈ। ਦੇਖੋ ਜਿੰਨੇ ਵੀ ਸਾਡੇ ਮਾਧਿਅਮ ਰਾਹੀਂ ਜਿੰਨੇ ਵੀ ਕੈਂਡੀਡੇਟ ਤਿਆਰੀ ਕਰ ਰਹੇ ਨੇ ਉਹਨਾਂ ਦੇ ਗਰੁੱਪਾਂ ਦੇ ਵਿੱਚ, ਠੀਕ ਹੈ ਜੀ, ਉਹਨਾਂ ਦੇ ਗਰੁੱਪਾਂ ਦੇ ਵਿੱਚ ਤੁਹਾਨੂੰ PDF ਜਿਹੜੀ ਹੈਗੀ ਹੈ ਜ਼ਰੂਰ ਸੈਂਡ ਕਰ ਦਿੱਤੀ ਜਾਵੇਗੀ। ਤਾਂ ਇਸ ਚੀਜ਼ ਨੂੰ ਜ਼ਰੂਰ ਇੱਕ ਵਾਰੀ ਰਿਵਾਈਜ਼ ਜ਼ਰੂਰ ਕਰ ਲਿਓ। ਅਯੋਗ ਬੱਚੇ ਤੋਂ ਸਾਡਾ ਕੀ ਭਾਵ ਹੈ। 11ਵਾਂ ਕੁਐਸਚਨ ਕੀ ਹੈ ਅਯੋਗ ਬੱਚੇ ਤੋਂ ਸਾਡਾ ਕੀ ਭਾਵ ਹੈ। ਠੀਕ ਹੈ ਜੀ। ਨੰਬਰ 1 ਸਰੀਰਕ ਅਤੇ ਸੰਵੇਦਨਸ਼ੀਲਤਾ ਦੀ ਕਮੀ ਹੋਣਾ, ਆਪਸ਼ਨ ਬੀ ਕੀ ਕਹਿੰਦਾ ਭਾਵਨਾਤਮਕ ਦੀ ਅਤੇ ਬੌਧਿਕ ਦੀ ਕਮੀ ਹੋਣਾ, ਆਪਸ਼ਨ ਸੀ ਏ ਤੇ ਬੀ ਦੋਨੋਂ ਨੇ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। 11ਵੇਂ ਦਾ ਆਨਸਰ ਕੀ ਹੋਵੇਗਾ। ਜਿਹੜੇ ਅਯੋਗ ਬੱਚੇ ਹੁੰਦੇ ਨੇ ਉਹਨਾਂ ਤੋਂ ਸਾਡਾ ਕੀ ਆਪਣਾ ਕੀ ਭਾਵ ਹੈ ਉਹਨਾਂ ਤੋਂ। ਠੀਕ ਹੈ ਨਾ, ਤਾਂ ਉਹਨਾਂ ਬਾਰੇ ਦੱਸਣਾ ਹੈਗਾ। ਤਾਂ ਰਾਈਟ ਆਨਸਰ ਕੀ ਆਵੇਗਾ ਦਾ, ਤਾਂ ਰਾਈਟ ਆਨਸਰ ਜਿਹੜਾ ਇਹਦਾ ਆਵੇਗਾ ਉਹ ਰਾਈਟ ਆਨਸਰ ਸਹੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਸਰੀਰਕਤਾ ਅਤੇ ਭਾਵਨਾਤਮਕ ਜਿਹੜੇ ਹੈਗੇ ਆ ਦੋਨੋਂ ਹੀ ਇਸ ਚੀਜ਼ ਦੇ ਜਿਹੜੇ ਹੈਗੇ ਆ ਅਰਥ ਹੁੰਦੇ ਨੇ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। 12ਵਾਂ ਕੁਐਸਚਨ ਕੀ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਤਰੀਕਾ ਅਯੋਗ ਬੱਚਿਆਂ ਦੀ ਜਿਹੜੇ ਹੈਗਾ ਤਰੱਕੀ ਨੂੰ ਮਾਪਣ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੈਗਾ। ਹੇਠ ਲਿਖਿਆਂ ਵਿੱਚੋਂ ਕਿਹੜਾ ਤਰੀਕਾ ਅਯੋਗ ਬੱਚਿਆਂ ਦੀ ਤਰੱਕੀ ਨੂੰ ਮਾਪਣ ਦਾ ਸਭ ਤੋਂ ਵਧੀਆ ਜਿਹੜਾ ਹੈਗਾ ਤਰੀਕਾ ਹੁੰਦਾ ਹੈਗਾ। ਨੰਬਰ 1 ਗ੍ਰਹਿਣ ਅਧਿਐਨ, ਦੂਸਰਾ ਨੰਬਰ ਪਰਿਵਾਰਕ ਰਿਕਾਰਡ, ਤੀਸਰਾ ਸੀ ਆਪਸ਼ਨ ਕੀ ਹੈ ਵਿਵਹਾਰ ਦਾ ਪੈਮਾਨਾ, ਡੀ ਆਪਸ਼ਨ ਕੀ ਹੈ ਲਗਾਤਾਰ ਵਿਵਹਾਰ ਨਿਰੀਖਣ ਕਰਨਾ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਆਵੇਗਾ। 12ਵਾਂ ਕੁਐਸਚਨ ਦਾ ਰਾਈਟ ਆਨਸਰ ਕੀ ਹੈ ਕਿ ਗ੍ਰਹਿਣ ਅਧਿਐਨ ਕਰਨਾ, ਪਰਿਵਾਰਕ ਰਿਕਾਰਡ ਚੰਗਾ ਹੋਣਾ ਚਾਹੀਦਾ, ਵਿਵਹਾਰ ਦਾ ਪੈਮਾਨਾ ਹੋਣਾ ਚਾਹੀਦਾ ਹੈ ਜਾਂ ਲਗਾਤਾਰ ਵਿਵਹਾਰ ਨਿਰੀਖਣ ਹੋਣਾ ਚਾਹੀਦਾ ਹੈ। ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਤਰੀਕਾ ਜਿਹੜਾ ਹੈਗਾ ਅਯੋਗ ਬੱਚਿਆਂ ਲਈ ਤਰੱਕੀ ਮਾਪਣ ਦਾ ਸਭ ਤੋਂ ਵਧੀਆ ਹੋ ਸਕਦਾ ਹੈਗਾ। ਤਾਂ ਰਾਈਟ ਆਨਸਰ ਕੀ ਹੈ, ਤਾਂ ਰਾਈਟ ਆਨਸਰ ਜਿਹੜਾ ਇਹਦਾ ਕੀ ਹੋਵੇਗਾ, ਤਾਂ ਰਾਈਟ ਆਨਸਰ ਇਹਦਾ ਜਿਹੜਾ ਹੋਵੇਗਾ ਡੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਤਾਂ ਡੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਹੇਠ ਲਿਖਿਆਂ ਵਿੱਚੋਂ ਕਿਹੜਾ ਬੌਧਿਕ ਵਿਕਲਪਤਾ ਦਾ ਉਦਾਹਰਨ ਹੈ। 13ਵਾਂ ਕੁਐਸਚਨ ਕੀ ਕਹਿੰਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਬੌਧਿਕਤਾ ਦਾ ਜਿਹੜਾ ਹੈਗਾ
ਬੌਧਿਕ ਵਿਕਲਾਂਗਤਾ ਦਾ ਉਦਾਹਰਨ ਹੈ। ਆਪਸ਼ਨ ਏ ਮੈਂਟਲ ਰਿਟਾਰਡੇਸ਼ਨ ਬੱਚੇ, ਆਪਸ਼ਨ ਬੀ ਡਾਇਲੈਕਸੀਆ, ਆਪਸ਼ਨ ਸੀ ADHD, ਠੀਕ ਹੈ ਜੀ, ਆਪਸ਼ਨ ਡੀ ਅੰਟੋਨਿਜ਼ਮ। ਤਾਂ ਕਿਹੜਾ ਹੋਵੇਗਾ? ਤਾਂ ਰਾਈਟ ਆਨਸਰ ਕੀ ਹੋਵੇਗਾ? ਤਾਂ ਰਾਈਟ ਆਨਸਰ ਜਿਹੜਾ ਇਹਦਾ ਹੈਗਾ ਉਹ ਕੀ ਹੋਵੇਗਾ? ਤਾਂ ਇਹਦਾ ਰਾਈਟ ਆਨਸਰ ਕੀ ਹੋਵੇਗਾ? ਜਲਦੀ ਤੋਂ ਜਲਦੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿੱਤਾ ਜਾਵੇ। ਤਾਂ ਰਾਈਟ ਆਨਸਰ ਕੀ ਹੈ? ਤਾਂ ਮੈਂਟਲੀ ਰਿਟਾਇਰਡ ਬੱਚੇ ਜਿਹੜੇ ਹੈਗੇ ਆ ਬੌਧਿਕਤਾ ਵਿਕਲਤਾ ਵਾਲੇ ਹੁੰਦੇ ਨੇ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਕੁਐਸਚਨ 14ਵਾਂ ਕੁਐਸਚਨ ਕੀ ਹੈ? ਜਦੋਂ ਕਿਸੇ ਬੱਚੇ ਨੂੰ ਗਣਿਤ ਸਿੱਖਣ ਵਿੱਚ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਕੀ ਕਿਹਾ ਜਾਂਦਾ? ਦੇਖੋ ਮੈਂ ਤੁਹਾਨੂੰ ਕਿਹਾ ਬਾਰ-ਬਾਰ ਉਹ ਕੁਐਸਚਨ ਜਿਹੜੇ ਹੈਗੇ ਆ ਰਿਪੀਟ ਹੁੰਦੇ ਨੇ। ਤੁਹਾਨੂੰ ਇਹ ਚੀਜ਼ਾਂ ਕਰਵਾਈਆਂ ਗਈਆਂ ਸੀ ਕਿ ਕਿਹੜੀਆਂ ਚੀਜ਼ਾਂ ਦੀ ਵਿਕਲਤਾ ਉਦੋਂ ਜ਼ਿਆਦਾ ਹੁੰਦੀ ਹੈ। ਤਾਂ ਆਪਸ਼ਨ ਜਿਹੜਾ ਹੈਗਾ ਤੁਸੀਂ ਜ਼ਰੂਰ ਦੱਸਣਾ। ਉਹੀ ਚੀਜ਼ਾਂ ਨੇ ਡਾਇਲੈਕਸੀਆ, ਡਰੈਪਸੀਆ, ਜਿਹੜਾ ਹੈਗਾ ਡਰੈਪਸੀਆ ਤੇ ਡੈਲਸੇਸੀਆ। ਇਹਨਾਂ ਵਿੱਚੋਂ ਕਿਹੜਾ ਹੋਵੇਗਾ? ਤਾਂ ਰਾਈਟ ਆਨਸਰ ਕੀ ਹੈ? ਤਾਂ ਰਾਈਟ ਆਨਸਰ ਜਿਹੜਾ ਇਹਦਾ ਹੈਗਾ ਡੀ ਇਜ਼ ਦਾ ਰਾਈਟ ਆਨਸਰ। ਡੀ ਇਜ਼ ਦਾ ਰਾਈਟ ਆਨਸਰ। 15ਵਾਂ ਕੁਐਸਚਨ ਕੀ ਹੈ? ਉਹ ਸ਼ਬਦ ਜਿਹੜਾ ਇੱਕ ਬੱਚੇ ਦੀ ਸਧਾਰਨਤਾ ਸ਼ਖਸੀਅਤ ਦੇ ਕਾਰਨ ਰੁਕਾਵਟ ਪੈਦਾ ਕਰੇ ਕੀ ਕਿਹਾ ਜਾਂਦਾ ਹੈ? ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਉਸ ਚੀਜ਼ ਨੂੰ? ਕਮਜ਼ੋਰੀ, ਵਿਕਲਾਂਗਤਾ, ਅਪਾਹਜ ਤੇ ਸਾਰੇ। ਠੀਕ ਹੈ ਨਾ, ਕਮਜ਼ੋਰੀ, ਵਿਕਲਾਂਗਤਾ, ਅਪਾਹਜ ਅਤੇ ਸਾਰੇ। ਠੀਕ ਹੈ ਨਾ। 15ਵੇਂ ਕੁਐਸਚਨ ਦਾ ਕੀ ਆਨਸਰ ਹੋਵੇਗਾ? 15ਵੇਂ ਕੁਐਸਚਨ ਦਾ ਕੀ ਆਨਸਰ ਹੋਵੇਗਾ? ਤਾਂ 15ਵਾਂ ਕੁਐਸਚਨ ਦਾ ਆਨਸਰ ਜਿਹੜਾ ਹੈਗਾ ਵਿਕਲਾਂਗਤਾ। ਤਾਂ ਰਾਈਟ ਆਨਸਰ ਕੀ ਹੈ? ਵੀ ਇਜ਼ ਦਾ ਰਾਈਟ ਆਨਸਰ। 16ਵਾਂ ਕੀ ਹੈ? ਇੱਕ ਬੱਚੇ ਨੂੰ ਮੌਖਿਕ ਹਦਾਇਤਾਂ ਦੀ ਸਹੀ ਢੰਗ ਨਾਲ ਸਮਝ ਨਹੀਂ ਆਉਂਦੀਆਂ, ਇਹ ਕਿਹੜੀ ਕਮੀ ਹੋ ਸਕਦੀ ਹੈ? ਇੱਕ ਬੱਚੇ ਨੂੰ ਮੌਖਿਕ ਹਦਾਇਤਾਂ ਸਹੀ ਢੰਗ ਨਾਲ ਸਮਝ ਨਹੀਂ ਆਉਂਦੀਆਂ, ਇਸ ਵਿੱਚ ਕਿਸ ਦੀ ਕਮੀ ਹੋ ਸਕਦੀ ਹੈ? ਆਪਸ਼ਨ ਏ ਬੌਧਿਕ ਕਮੀ ਹੋ ਸਕਦੀ ਹੈ, ਆਪਸ਼ਨ ਬੀ ਸਿੱਖਣ ਦੀ ਸਮੱਸਿਆ ਹੋ ਸਕਦੀ ਹੈ, ਆਪਸ਼ਨ ਸੀ ਸੁਣਨ ਦੀ ਸਮੱਸਿਆ ਹੋ ਸਕਦੀ ਹੈ, ਤਾਂ ਆਪਸ਼ਨ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਇਹਨਾਂ ਵਿੱਚੋਂ ਕਿਹੜਾ ਆਵੇਗਾ? 16ਵੇਂ ਦਾ ਕੀ ਆਨਸਰ ਹੋਵੇਗਾ? ਬੱਚੇ ਨੂੰ ਕਿਸੇ ਮੌਖਿਕ ਹਦਾਇਤਾਂ ਦੀ ਸਹੀ ਢੰਗ ਨਾਲ ਸਮਝ ਨਹੀਂ ਆਉਂਦੀ। ਬਹੁਤ ਹੀ ਪਿਆਰਾ ਕੁਐਸਚਨ ਹੈ ਤੇ ਬਹੁਤ ਹੀ ਈਜ਼ੀ ਕੁਐਸਚਨ ਹੈ। ਤਾਂ ਉਹਨੂੰ ਕਿਹੜੀ ਚੀਜ਼ ਦੀ ਕਮੀ ਹੋ ਸਕਦੀ ਹੈ? ਕੁਐਸਚਨ ਨੂੰ ਸਮਝਣਾ ਹੈ, ਸਮਝ ਕੇ ਆਨਸਰ ਦੇਣਾ। ਬੌਧਿਕ ਕਮੀ ਹੋ ਸਕਦੀ ਹੈ, ਸਿੱਖਣ ਦੀ ਸਮੱਸਿਆ ਹੋ ਸਕਦੀ ਹੈ, ਸੁਣਨ ਵਿੱਚ ਸਮੱਸਿਆ ਹੋ ਸਕਦੀ ਹੈ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਈਟ ਆਨਸਰ ਕੀ ਆਵੇਗਾ? ਤਾਂ ਰਾਈਟ ਆਨਸਰ ਜਿਹੜਾ ਇਹਦਾ ਆਵੇਗਾ ਤਾਂ ਉਹ ਹੈ ਜੀ ਸੁਣਨ ਦੀ ਸਮੱਸਿਆ। ਤਾਂ ਰਾਈਟ ਆਨਸਰ ਕੀ ਆਵੇਗਾ? ਸੁਣਨ ਦੀ ਸਮੱਸਿਆ। ਕੁਐਸਚਨ ਕੀ ਕਹਿੰਦਾ ਹੈ? 17 ਕੁਐਸਚਨ, ਪੜ੍ਹਨ ਵਿੱਚ ਸਮੱਸਿਆ ਛੋਟੀਆਂ ਜਮਾਤਾਂ ਵਿੱਚ ਬੱਚੇ ਦੇ ਕਿਹੜੇ ਭਾਵ ਪੈਦਾ ਕਰਦੀਆਂ ਨੇ? ਪੜ੍ਹਨ ਵਿੱਚ ਸਮੱਸਿਆ ਛੋਟੀਆਂ ਜਮਾਤਾਂ ਵਿੱਚ ਬੱਚੇ ਦੇ ਕਿਹੜੇ ਭਾਵ ਪੈਦਾ ਕਰਦੀਆਂ ਨੇ? ਵਿਸ਼ਵਤਾ, ਠੀਕ ਹੈ, ਆਪਸ਼ਨ ਬੀ ਸੁਰੱਖਿਅਤ, ਆਪਸ਼ਨ ਸੀ ਅਸੁਰੱਖਿਅਤ, ਆਪਸ਼ਨ ਡੀ ਕੋਈ ਵੀ ਨਹੀਂ। ਤਾਂ ਇਹਨਾਂ ਵਿੱਚੋਂ ਕਿਹੜਾ ਹੋ ਸਕਦਾ ਹੈਗਾ? 17ਵੇਂ ਦਾ ਪੜ੍ਹਨ ਵਿੱਚ ਸਮੱਸਿਆ ਜਿਹੜੀਆਂ ਹੈਗੀਆਂ ਛੋਟੀਆਂ ਜਮਾਤਾਂ ਵਿੱਚ ਬੱਚੇ ਦੇ ਕਿਹੜੇ ਭਾਵ ਪੈਦਾ ਕਰਦੀਆਂ ਨੇ? ਵਿਸ਼ਵਾਸ, ਸੁਰੱਖਿਅਤ, ਅਸੁਰੱਖਿਅਤ ਅਤੇ ਕੋਈ ਵੀ ਨਹੀਂ। ਤਾਂ 17ਵੇਂ ਦਾ ਆਨਸਰ ਕੀ ਹੋਵੇਗਾ? 17ਵੇਂ ਦਾ ਰਾਈਟ ਆਨਸਰ ਕੀ ਹੋਵੇਗਾ? ਜਲਦੀ ਤੋਂ ਜਲਦੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਜਾਵੇ। ਹਾਂਜੀ, ਤਾਂ ਰਾਈਟ ਆਨਸਰ ਕੀ ਹੋਵੇਗਾ? ਤਾਂ ਰਾਈਟ ਆਨਸਰ ਆਵੇਗਾ ਜੀ ਸੀ ਇਜ਼ ਦਾ ਰਾਈਟ ਆਨਸਰ। ਬ੍ਰੇਲ ਭਾਸ਼ਾ, ਬਹੁਤ ਵਧੀਆ ਕੁਐਸਚਨ ਆਇਆ ਜੀ। ਬ੍ਰੇਲ ਭਾਸ਼ਾ ਜਿਹੜੀ ਹੈਗੀ ਆ ਮੈਂ ਕਰਵਾਈ ਸੀ, ਕਿਹਦੇ ਦੁਆਰਾ ਕੀ ਗਈ ਸੀ, ਕਿਸ ਚੀਜ਼ ਦੁਆਰਾ ਜਿਹੜੀ ਹੈਗੀ ਆ ਬ੍ਰੇਲ ਭਾਸ਼ਾ ਬਣਾਈ ਗਈ ਸੀਗੀ। ਠੀਕ ਹੈ ਨਾ। ਬ੍ਰੇਲ ਭਾਸ਼ਾ ਜਿਹੜੀ ਹੈਗੀ ਆ ਉਹਨਾਂ ਬੱਚਿਆਂ ਲਈ ਬਣਾਈ ਗਈ ਹੈ ਜਿਨ੍ਹਾਂ ਨੂੰ ਸਮੱਸਿਆ ਹੋਵੇ ਕਿਸ ਚੀਜ਼ ਦੀ? ਸੁਣਨ ਦੀ, ਦੇਖਣ ਦੀ, ਬੋਲਣ ਦੀ ਤੇ ਸਾਰੇ। ਦੇਖੋ ਕਈ ਚੀਜ਼ਾਂ ਉਹਨਾਂ ਦੇ ਵਿੱਚ ਉਹ ਕੀ ਕਰਦੇ ਸੀ, ਹੁਣ ਮੈਂ ਸਾਰੇ ਆਨਸਰ ਉਹਦੇ ਵਿੱਚ ਹੀ ਦੱਸ ਦਾਂਗਾ, ਹੈ ਨਾ। ਕੁਝ ਬੱਚਿਆਂ ਨੂੰ ਕਿਸੇ ਅਪਾਹਜਤਾ ਹੋਣ ਕਰਕੇ ਜਿਹੜੇ ਹੈਗੇ ਆ ਉਹ ਬ੍ਰੇਲ ਭਾਸ਼ਾ ਜਾਂ ਬ੍ਰੇਲ ਲਿਪੀ ਬਣਾਈ ਗਈ ਸੀਗੀ। ਠੀਕ ਹੈ, ਉਹਨਾਂ ਨੂੰ ਦੇਖ ਕੇ ਜਿਹੜਾ ਹੈਗਾ ਜਾਂ ਉਹਨਾਂ ਨੂੰ ਸੁਣ ਕੇ ਜਾਂ ਉਹਨਾਂ ਨੂੰ ਛੂਹ ਕੇ ਜਿਹੜੇ ਹੈਗੇ ਆ ਉਹ ਚੀਜ਼ ਦਾ ਆਨਸਰ ਨਹੀਂ ਮੈਂ ਦੱਸਣਾ, ਕਿਉਂਕਿ ਆਨਸਰ ਉਹੀ ਚੀਜ਼ਾਂ ਨੇ। ਤਾਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਕੇ ਜਾਂ ਉਹਨਾਂ ਚੀਜ਼ਾਂ ਨੂੰ ਦੇਖ ਕੇ, ਸੁਣ ਕੇ
ਜਾਂ ਛੂਹ ਕੇ ਜਿਹੜਾ ਹੈਗਾ ਦੱਸਿਆ ਜਾਂਦਾ ਸੀਗਾ ਵੀ ਇਹ ਕਿਹੜਾ ਅੱਖਰ ਹੈਗਾ, ਹੈ ਨਾ। ਤਾਂ ਉਹ ਮੈਂ ਤੁਹਾਨੂੰ ਆਨਸਰ ਬਹੁਤ ਵਧੀਆ ਕੁਐਸਚਨ ਹੈ, 101% ਮੈਂ ਕਹਾਂਗਾ ਕਿ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਇੱਦਾਂ ਦਾ, ਠੀਕ ਹੈ ਜੀ। ਤਾਂ ਕੇਵਲ ਕਿਹੜਾ ਹੋਵੇਗਾ? ਦੇਖੋ ਬ੍ਰਿਲ ਭਾਸ਼ਾ ਬਣਾਈ ਗਈ ਸੀ ਜਿਹੜੇ ਬੱਚਿਆਂ ਨੂੰ ਦਿਖਦਾ ਨਹੀਂ ਹੈ, ਦੇਖਣ ਵਿੱਚ, ਹੈ ਨਾ, ਦਿਖਦਾ, ਜਿਹੜੇ ਬੱਚਿਆਂ ਨੂੰ ਨਹੀਂ ਦਿਖਦਾ ਉਹਨਾਂ ਵਾਸਤੇ ਕੀ ਕੀਤਾ ਗਿਆ ਸੀ? ਬ੍ਰਿਲ ਭਾਸ਼ਾ ਜਿਹੜੀ ਹੈਗੀ ਹੈ ਬਣਾਈ ਗਈ ਸੀ। ਤਾਂ ਅੱਖਰ ਬਣਾਏ ਗਏ ਸੀ, ਉਹਨਾਂ ਅੱਖਰਾਂ ਨੂੰ ਦੇਖ ਕੇ ਜਾਂ ਉਹਨਾਂ ਅੱਖਰ ਨੂੰ ਮਹਿਸੂਸ ਕਰਕੇ ਛੂਹ ਕੇ ਦੱਸਿਆ ਜਾਂਦਾ ਸੀ ਕਿ ਇਹ ਕਿਹੜਾ ਅੱਖਰ ਹੈਗਾ, ਹੈ ਨਾ। ਤਾਂ ਇਹ ਚੀਜ਼ਾਂ ਨੂੰ ਜ਼ਰੂਰ ਯਾਦ ਰੱਖਿਓ। ਇੱਥੋਂ ਤੱਕ ਜਿਹੜਾ ਹੈਗਾ ਆਪਣਾ ਸਮਾਵੇਸ਼ੀ ਸਿੱਖਿਆ ਸੀ। ਤਾਂ ਉਸ ਤੋਂ ਬਾਅਦ ਜਿਹੜਾ ਸਟਾਰਟ ਹੁੰਦਾ ਹੈਗਾ, ਉਸ ਤੋਂ ਬਾਅਦ ਟੌਪਿਕ ਜਿਹੜਾ ਸਟਾਰਟ ਹੋਵੇਗਾ ਉਹ ਹੋਵੇਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020। ਤਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦਾ ਟੌਪਿਕ ਜਿਹੜਾ ਹੈਗਾ ਨਾਲ ਹੀ ਸ਼ੁਰੂਆਤ ਕਰਦੇ ਆ। ਤਾਂ ਇਸ ਦੇ ਆਨਸਰ ਵੀ ਤੁਹਾਨੂੰ ਜਿਹੜੇ ਹੈਗੇ ਨੀਚੇ ਦਿੱਤੇ ਹੋਏ ਆ ਉਹ ਮਿਲ ਜਾਣਗੇ, ਠੀਕ ਹੈ ਜੀ। ਕੋਈ ਵੀ ਤੁਹਾਡਾ ਡਾਊਟ ਹੋਵੇ, ਠੀਕ ਹੈ, ਕਮੈਂਟ ਬਾਕਸ ਦੇ ਵਿੱਚ ਤੁਸੀਂ ਜਿਹੜਾ ਹੈਗਾ ਲਿਖ ਸਕਦੇ ਹੋ। ਜੇਕਰ ਤੁਹਾਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ ਐਂਡ ਕਰਿਕੂਲਮ ਐਂਡ CDP ਤਿੰਨਾਂ ਦੇ ਨੋਟਸ ਚਾਹੀਦੇ ਆ, ਠੀਕ ਹੈ। ਇਸ ਨੰਬਰ WhatsApp ਅਕੈਡਮੀ ਦਾ WhatsApp ਨੰਬਰ ਹੈ, ਤਾਂ ਤੁਸੀਂ ਇਸ 'ਤੇ ਕੰਟੈਕਟ ਕਰਕੇ ਵੀ ਤੁਸੀਂ ਜਿਹੜੇ ਹੈਗੇ ਨੋਟਸ ਪ੍ਰੋਵਾਈਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਆਪਣਾ ਜਿਹੜਾ ਹੈਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਫਸਟ ਕੁਐਸਚਨ ਕੀ ਹੈ? ਇਨ ਵਿਚ ਈਅਰ ਇੰਡੀਆ ਫਸਟ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਾਜ਼ ਇੰਪਲੀਮੈਂਟਡ। ਪਹਿਲੀ ਐਜੂਕੇਸ਼ਨ ਪਾਲਿਸੀ ਜਿਹੜੀ ਹੈਗੀ ਹੈ, ਠੀਕ ਹੈ, ਕਦੋਂ ਸ਼ੁਰੂਆਤ ਕੀਤੀ ਗਈ ਸੀ? ਮੈਂ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਡਿਸਕਸ ਕਰਾਂਗਾ। ਕਦੋਂ ਸ਼ੁਰੂਆਤ ਹੋਈ ਸੀ, ਕਦੋਂ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਗਿਆ, ਹਰ ਇੱਕ ਚੀਜ਼ ਨੂੰ ਆਪਾਂ ਡਿਸਕਸ ਲੈ ਕੇ ਜ਼ਰੂਰ ਚੱਲਾਂਗੇ, ਠੀਕ ਹੈ ਜੀ। ਹਾਂਜੀ, ਕਹਿੰਦਾ ਵੀ ਪਹਿਲੀ ਜਿਹੜੀ ਇਹ ਭਾਰਤ ਦੇ ਵਿੱਚ ਪਹਿਲੀ ਰਾਸ਼ਟਰੀ ਸਿੱਖਿਆ ਨੀਤੀ, ਹੈ ਨਾ, ਨੈਸ਼ਨਲ ਐਜੂਕੇਸ਼ਨ ਪਾਲਿਸੀ ਕਦੋਂ ਸ਼ੁਰੂਆਤ ਕੀਤੀ ਗਈ, ਉਸ ਚੀਜ਼ ਨੂੰ ਦੱਸਾਂ ਵੀ ਕਦੋਂ ਸ਼ੁਰੂਆਤ ਜਿਹੜੀ ਹੈਗੀ ਹੈ ਕੀਤੀ ਗਈ ਸੀਗੀ। ਤਾਂ ਇਹ ਚੀਜ਼ ਜ਼ਰੂਰ ਯਾਦ ਰੱਖਿਓ ਕਿ ਫਸਟ ਨੈਸ਼ਨਲ ਐਜੂਕੇਸ਼ਨ ਪਾਲਿਸੀ ਕਦੋਂ ਸ਼ੁਰੂਆਤ ਕੀਤੀ ਗਈ ਸੀ, ਕਿਸ ਦੇ ਸਮੇਂ ਸ਼ੁਰੂਆਤ ਕੀ ਹੋਈ ਸੀ, ਕਿਹੜੇ ਬੰਦੇ ਨੇ ਉਦੋਂ ਸ਼ੁਰੂਆਤ ਕੀਤੀ ਸੀ, ਇਹ ਸਾਰੀਆਂ ਚੀਜ਼ਾਂ ਆਪਾਂ ਜ਼ਰੂਰ ਡਿਸਕਸ ਕਰਾਂਗੇ। ਤਾਂ ਪਹਿਲੀ ਜਿਹੜੀ ਰਾਸ਼ਟਰੀ ਸਿੱਖਿਆ ਨੀਤੀ ਸੀ, ਤਾਂ ਆਪਸ਼ਨ ਕੀ ਹੈ? ਆਪਸ਼ਨ ਨੂੰ ਡਿਸਕਸ ਕਰ ਲੈਂਦੇ ਹਾਂ। 1950 ਦੇ ਵਿੱਚ, 1955, 1968 ਤੇ 1978 ਦੇ ਵਿੱਚ। ਤਾਂ ਪਹਿਲੀ ਰਾਸ਼ਟਰੀ ਸਿੱਖਿਆ, ਪਹਿਲੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਹੈਗੀ ਹੈ ਫਸਟ ਟਾਈਮ ਜਿਹੜੀ ਹੈਗੀ ਹੈ ਸ਼ੁਰੂਆਤ ਜਿਹੜੀ ਕੀਤੀ ਗਈ ਸੀ ਉਹ 1968 ਦੇ ਵਿੱਚ ਹੋਈ ਸੀ। 1968 ਦੇ ਵਿੱਚ ਹੋਈ ਸੀ। ਕਿਹਦੇ ਦੁਆਰਾ ਕੀਤੀ ਗਈ ਸੀ? ਇਹ ਬਹੁਤ ਜ਼ਿਆਦਾ ਜ਼ਰੂਰੀ ਬਣਦੀ ਹੈ। ਤਾਂ ਕਿਹਦੇ ਦੁਆਰਾ ਕੀਤੀ ਗਈ ਸੀ? ਤਾਂ ਕਿਹਦੇ ਦੁਆਰਾ ਕੀਤੀ ਗਈ ਸੀ? ਇੰਦਰਾ ਗਾਂਧੀ ਦੁਆਰਾ। ਤਾਂ ਇੰਦਰਾ ਗਾਂਧੀ ਦੁਆਰਾ ਜਿਹੜੀ ਹੈਗੀ ਆ ਪਹਿਲੀ ਰਾਸ਼ਟਰੀ ਸਿੱਖਿਆ ਨੀਤੀ ਜਿਹੜੀ ਹੈਗੀ ਆ ਸ਼ੁਰੂਆਤ ਕੀਤੀ ਗਈ ਸੀ। ਤਾਂ ਇਹ ਕਦੋਂ ਕੀਤੀ ਗਈ ਸੀ? 1968 ਦੇ ਵਿੱਚ ਕੀਤੀ ਗਈ ਸੀ। ਤਾਂ ਰਾਈਟ ਆਨਸਰ ਕੀ ਬਣ ਜਾਵੇਗਾ? C ਇਜ਼ ਦਾ ਰਾਈਟ ਆਨਸਰ, ਸਹੀ ਹੋਵੇਗਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਕਿ ਪਹਿਲੀ ਰਾਸ਼ਟਰੀ ਸਿੱਖਿਆ ਨੀਤੀ ਜਿਹੜੀ ਆਈ ਸੀ 1968 ਦੇ ਵਿੱਚ ਆਈ ਸੀ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਸੈਕਿੰਡ ਕਦੋਂ ਆਈ ਤੇ ਥਰਡ ਕਦੋਂ ਆਈ, ਹੈ ਨਾ। ਹੁਣ 2020 ਦੇ ਵਿੱਚ ਥਰਡ ਆਈ ਸੀਗੀ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਸੈਕਿੰਡ ਕੁਐਸਚਨ ਕੀ ਹੈ? ਸੈਕਿੰਡ ਕੁਐਸਚਨ ਕੀ ਹੈ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਇਜ਼ ਡੈਸ਼ ਨੈਸ਼ਨਲ ਐਜੂਕੇਸ਼ਨ ਪਾਲਿਸੀ, ਕਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ? ਦੇਖੋ ਪਹਿਲਾਂ ਮੈਂ ਪਹਿਲੀ ਦੱਸ ਦਿੱਤੀ ਹੈ ਨਾ। ਫਸਟ ਜਿਹੜੀ ਹੈਗੀ ਹੈ ਫਸਟ, ਠੀਕ ਹੈ ਜੀ, ਫਸਟ ਹੈ ਕਦੋਂ ਆਈ ਸੀ? 1968 ਦੇ ਵਿੱਚ ਆਈ ਸੀ। ਸੈਕਿੰਡ ਕਦੋਂ ਆਈ ਸੀ? ਮੈਂ ਨਹੀਂ ਦੱਸਣਾ ਕਿਉਂਕਿ ਅੱਗੇ ਕੁਐਸਚਨ ਹੋਵੇਗਾ। ਥਰਡ, ਹੁਣ ਥਰਡ ਦੀ ਗੱਲ ਕੀਤੀ ਜਾਈ ਹੈ ਤਾਂ ਥਰਡ ਕਦੋਂ ਆਈ ਸੀ? 2020 ਦੇ ਵਿੱਚ ਆਈ ਸੀ। ਤਾਂ ਰਾਈਟ ਆਨਸਰ ਕੀ ਆਵੇਗਾ? ਏ ਇਜ਼ ਦਾ ਰਾਈਟ ਆਨਸਰ। ਏ ਇਜ਼ ਦਾ ਰਾਈਟ ਆਨਸਰ। ਬੈਸਟ ਕੁਐਸਚਨ ਤੁਹਾਨੂੰ ਮਿਲਣਗੇ, ਕਾਫੀ ਸਾਰੇ ਕੁਐਸਚਨ ਨੇ, 17-18 ਕੁਐਸਚਨ ਤੁਹਾਨੂੰ ਇਹਦੇ ਵੀ ਮਿਲਣਗੇ। ਤਾਂ ਹਰ ਇੱਕ ਚੀਜ਼ ਜਿਹੜੀ ਹੈਗੀ ਆ ਪ੍ਰੋਪਰਲੀ ਜਿਹੜੀ ਹੈਗੀ ਆ ਸਿਲੇਬਸ ਦੇ ਅਕੋਰਡਿੰਗ ਡਿਵੈਲਪ ਕੀਤੀ ਗਈ ਹੈ। ਤਾਂ ਜ਼ਰੂਰ ਲਾਈਕ ਕਰਿਓ ਵੀਡੀਓ ਨੂੰ, ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਠੀਕ ਹੈ ਜੀ। ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਅਗਲੇ MCQ ਮੈਂ ਜਲਦੀ ਤੋਂ ਜਲਦੀ ਤੁਹਾਨੂੰ ਲੈ ਕੇ ਆਵਾਂ। ਉਸ ਤੋਂ ਬਾਅਦ ਅੰਡਰ ਦੀ ਚੇਅਰਮੈਨਸ਼ਿਪ ਆਫ ਹੋਮ ਕਮੇਟੀ ਜਿਹੜਾ ਹੈਗਾ ਕਮੇਟੀ
ਐਗਜ਼ੀਕਿਊਸ਼ਨ ਆਫ ਦੀ ਨਿਊ ਐਜੂਕੇਸ਼ਨ ਪਾਲਿਸੀ ਸਬਮਿਟ ਇਜ਼ ਦੀ ਰਿਪੋਰਟ ਇਨ ਮਈ 2016। ਤਾਂ ਕਿਹੜੇ ਬੰਦੇ ਨੇ ਜਿਹੜੀ ਇਹਦੀ ਰਿਪੋਰਟ ਸਬਮਿਟ ਕੀਤੀ ਸੀ, ਤਾਂ ਉਸ ਚੇਅਰਮੈਨ ਦਾ ਜਿਹੜਾ ਹੈਗਾ ਆਪਾਂ ਨਾਮ ਦੱਸਣਾ ਹੈਗਾ। ਆਪਸ਼ਨ ਏ ਸ਼੍ਰੀ TSR ਜਿਹੜਾ ਹੈਗਾ ਸੁਬਰਮਨੂ, ਬੀ ਆਪਸ਼ਨ ਕੀ ਹੈ ਡਾਕਟਰ ਕੇ ਜਿਹੜਾ ਹੈਗਾ ਕ੍ਰਿਸ਼ਰਾਜਨ, ਆਪਸ਼ਨ ਸੀ ਸ਼੍ਰੀ ਦੀਪਕ ਜਿਹੜਾ ਹੈਗਾ, ਆਪਸ਼ਨ ਡੀ ਸ਼੍ਰੀ ਜਿਹੜੇ ਹੈਗਾ ਪ੍ਰਹਲਾਦ ਜੋਸ਼ੀ। ਤਾਂ ਇਹਨਾਂ ਵਿੱਚੋਂ ਕਿਹੜੇ ਬੰਦੇ ਨੇ ਜਿਹੜੀ ਇਹਦੀ ਰਿਪੋਰਟ ਸਬਮਿਟ ਕੀਤੀ ਸੀ, ਤਾਂ ਉਹ ਉਸ ਬੰਦੇ ਦਾ ਜਿਹੜਾ ਹੈਗਾ ਨਾਮ ਜ਼ਰੂਰ ਦੱਸਣਾ। ਤਾਂ ਜਲਦੀ ਤੋਂ ਜਲਦੀ ਜਿਹੜਾ ਹੈਗਾ ਕਮੈਂਟ ਬਾਕਸ ਦੇ ਵਿੱਚ ਜਿਹੜੀ ਹੈਗੀ ਹੈ ਆਪਣਾ ਜ਼ਰੂਰ ਆਨਸਰ ਦਿੱਤਾ ਜਾਵੇ। ਤਾਂ ਆਨਸਰ ਥਰਡ ਦਾ ਕੀ ਆਨਸਰ ਹੋਵੇਗਾ, ਤਾਂ ਥਰਡ ਦਾ ਆਨਸਰ ਕੀ ਹੋਵੇਗਾ, ਤਾਂ ਥਰਡ ਦਾ ਰਾਈਟ ਆਨਸਰ ਕੀ ਹੋਵੇਗਾ, ਜਲਦੀ ਤੋਂ ਜਲਦੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ। ਮੈਂ ਦੇਖੋ ਹਰ ਇੱਕ ਜਦੋਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਮੈਂ ਪ੍ਰੋਪਰਲੀ ਕਰਵਾਈ ਹੋਈ ਹੈ, ਸਭ ਤੋਂ ਪਹਿਲਾ ਲੈਕਚਰ ਹੀ ਅਕੈਡਮੀ ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਆਪਾਂ ਸਟਾਰਟ ਕੀਤਾ ਸੀਗਾ, ਤਾਂ ਉਸ ਚੀਜ਼ ਨੂੰ ਜ਼ਰੂਰ ਚੈੱਕ ਕੀਤਾ ਜਾਵੇ। ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਪਹਿਲਾ ਲੈਕਚਰ, ਠੀਕ ਹੈ ਨਾ, ਉਹਦੇ ਵਿੱਚ ਮੈਂ ਹਰ ਇੱਕ ਚੀਜ਼ ਇਹ ਚੀਜ਼ਾਂ ਦੱਸੀਆਂ ਹੋਈਆਂ ਨੇ। ਤਾਂ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਤੁਹਾਨੂੰ ਦੱਸੀ ਹੋਈ ਹੈ, ਤਾਂ ਉਸ ਦੇ ਵਿੱਚ ਜ਼ਰੂਰ ਇਸ ਚੀਜ਼ ਨੂੰ ਦੱਸਿਆ ਜਾਵੇ। ਤਾਂ ਰਾਈਟ ਆਨਸਰ ਕੀ ਆ ਜਾਵੇਗਾ, ਸ਼੍ਰੀ TSR। ਰਾਈਟ ਆਨਸਰ ਇਹ ਹੈ ਸ਼੍ਰੀ TSR, ਠੀਕ ਹੈ ਜੀ। ਆਪਸ਼ਨ ਜਿਹੜਾ ਹੈਗਾ ਇਹ ਆਪਸ਼ਨ। ਤਾਂ ਫੋਰਥ ਕੁਐਸਚਨ ਕੀ ਹੈ, ਅੰਡਰ ਹੋਮ ਜਿਹੜਾ ਹੈਗਾ ਚੇਅਰਮੈਨਸ਼ਿਪ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਇਜ਼ ਫਾਰਮਰ, ਠੀਕ ਹੈ ਜੀ। ਕਿਹਦੇ ਦੁਆਰਾ ਜਿਹੜੀ ਹੈਗੇ ਚੇਅਰਮੈਨ ਜਿਹੜਾ ਹੈਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦਾ ਚੇਅਰਮੈਨ ਬਣਾਇਆ ਗਿਆ, ਕਿਹੜਾ ਚੇਅਰਮੈਨ ਹੈ, ਤਾਂ ਉਸ ਬੰਦੇ ਦਾ ਨਾਮ ਦੱਸਣਾ। ਆਨਸਰ ਜਿਹੜਾ ਹੈਗਾ ਕੀ ਹੋਵੇਗਾ ਫੋਰਥ ਕੁਐਸਚਨ ਦਾ, ਤਾਂ ਆਨਸਰ ਕਿਹੜਾ ਹੋਵੇਗਾ ਜੀ ਫੋਰਥ ਕੁਐਸਚਨ ਦਾ। ਦੇਖੋ ਇਹਦੇ ਵਿੱਚ ਕੀ ਹੈ ਕਿ ਰਿਪੋਰਟ ਸਬਮਿਟ ਕੀਤੀ ਗਈ ਸੀ, ਤਾਂ ਇਹਦੇ ਵਿੱਚ ਕੀ ਹੈ ਕਿ ਇਹਦਾ ਜਿਹੜਾ ਹੈਗਾ ਚੇਅਰਮੈਨ ਕੌਣ ਬਣਾਇਆ ਗਿਆ, ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੈ। ਤਾਂ ਕੌਣ ਹੋਵੇ ਜਿਹੜਾ ਇਹਦਾ ਚੇਅਰਮੈਨ ਜਿਹੜਾ ਹੈਗਾ ਬਣਾਇਆ ਗਿਆ, ਤਾਂ ਰਾਈਟ ਆਨਸਰ ਕੀ ਆਵੇਗਾ, ਰਾਈਟ ਆਨਸਰ ਕੀ ਆ ਜਾਵੇਗਾ, ਆਪਸ਼ਨ ਕੀ ਆ ਜਾਵੇਗਾ ਫੋਰਥ ਦੇ ਆਪਸ਼ਨ ਕੀ ਹੋਵੇਗਾ, ਰਾਈਟ ਆਨਸਰ ਆ ਜਾਵੇਗਾ ਤੁਹਾਡਾ ਫੋਰਥ ਦਾ ਵੀ ਇਜ਼ ਦਾ ਰਾਈਟ ਆਨਸਰ, ਵੀ ਇਜ਼ ਦਾ ਰਾਈਟ ਆਨਸਰ, ਵੀ ਇਜ਼ ਦਾ ਰਾਈਟ ਆਨਸਰ। ਫਿਫਥ ਕੁਐਸਚਨ, ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਵੈਲ ਰਿਪਲੇਸ ਈਅਰ ਓਲਡ ਐਜੂਕੇਸ਼ਨ ਪਾਲਿਸੀ। ਕਹਿੰਦਾ ਵੀ ਕਿੰਨੇ ਸਾਲਾਂ ਬਾਅਦ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਰਿਪਲੇਸ ਕੀਤਾ ਗਿਆ ਹੈਗਾ, ਠੀਕ ਹੈ ਜੀ। ਹੁਣ ਤੁਸੀਂ ਇਹ ਦੇਖਣਾ ਹੈ ਕਿ ਪਹਿਲੀ ਜਿਹੜੀ ਐਜੂਕੇਸ਼ਨ ਪਾਲਿਸੀ ਸੀ ਉਹ ਕਿੰਨੇ 'ਚ ਆਈ ਸੀ, ਫਸਟ ਕਿੰਨੇ 'ਚ ਆਈ ਸੀ, ਉਹ ਆਈ ਸੀ 1968 ਦੇ ਵਿੱਚ, ਠੀਕ ਹੈ ਜੀ। ਸੈਕੰਡ ਕਦੋਂ ਆਈ ਸੀ, ਤਾਂ ਸੈਕੰਡ ਆਈ ਸੀਗੀ ਜੀ 1986 ਦੇ ਵਿੱਚ। ਥਰਡ ਜਦੋਂ ਆਈ ਸੀ, ਤਾਂ ਥਰਡ ਕਦੋਂ ਆਈ ਸੀਗੀ ਜੀ 2020, ਠੀਕ ਹੈ ਨਾ। ਤਾਂ ਕਿੰਨੇ ਕਿੰਨੇ ਸਾਲਾਂ ਦਾ ਗੈਪ ਹੈ, ਕਿੰਨੇ ਕਿੰਨੇ ਸਾਲਾਂ ਦਾ ਗੈਪ ਹੈ। ਦੇਖੋ ਜੀ ਇਹ ਚੀਜ਼ ਤੁਸੀਂ ਹੁਣ ਮੈਂ ਤੁਹਾਨੂੰ ਆਨਸਰ ਤੁਹਾਡੇ ਸਾਹਮਣੇ ਦੱਸ ਦਿੱਤਾ ਹੈਗਾ, ਤਿੰਨੇ ਚੀਜ਼ਾਂ ਦਾ ਨਾਮ ਦੱਸ ਦਿੱਤਾ ਹੈਗਾ, ਠੀਕ ਹੈ ਜੀ। ਕਿੰਨੇ ਟਾਈਮ ਦੇ ਵਿੱਚ ਆਈਆਂ ਸੀ, ਇਹ 18 ਸਾਲ ਦਾ ਫਰਕ ਹੈ, ਠੀਕ ਹੈ ਜੀ। ਇਹ 18 ਈਅਰ ਦਾ, ਤੇ ਇਹਦਾ ਕਿੰਨਾ ਹੋਵੇਗਾ, ਇਹਦਾ ਤੇ ਇਹਦਾ ਕਿੰਨਾ ਹੋਵੇਗਾ, ਤਾਂ ਜ਼ਰੂਰ ਜਲਦੀ ਤੋਂ ਜਲਦੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ। ਤਾਂ ਰਾਈਟ ਆਨਸਰ ਕੀ ਹੈ, ਰਾਈਟ ਆਨਸਰ ਹੋਵੇਗਾ 34 ਈਅਰ। ਤਾਂ ਰਾਈਟ ਆਨਸਰ ਕੀ ਹੋਵੇਗਾ 34 ਈਅਰ। थर्टी फोर ईयर 34 साल, ठीक है जी। राइट आंसर क्या आ जाएगा, सी इज द राइट आंसर, सी इज द राइट आंसर। इलेक्ट्रॉनिक पेन चेंज कर, राइट आंसर क्या आ जाएगा, सी इज द राइट आंसर। तो इस चीज़ ਨੂੰ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਹੈ ਨੈਕਸਟ ਕੁਐਸਚਨ, 6th ਕੁਐਸਚਨ ਕੀ ਹੋਵੇਗਾ, ਇਨ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਕਰੰਟ
10th+2 system is the replaced by the new circular structure. what is the ਜਿਹੜਾ ਹੈਗਾ ਨਿਊ ਸਰਕੂਲਰ ਸਟਰਕਚਰ ਕੀ ਹੋਵੇਗਾ? ਦੇਖੋ ਮੈਂ ਪਹਿਲਾਂ ਕਰਵਾਇਆ ਹੋਇਆ ਸੀਗਾ, ਠੀਕ ਹੈ ਜੀ। ਆਪਸ਼ਨ ਏ ਕੀ ਹੈ 3+4+4+5, ਆਪਸ਼ਨ ਬੀ 3+4+4+5, ਠੀਕ ਹੈ ਜੀ, ਦੋਨੇ ਸੇਮ ਆਪਸ਼ਨ ਆ ਗਈਆਂ। ਚਲੋ ਆਪਸ਼ਨ ਸੀ 5+4+4+5, ਆਪਸ਼ਨ ਡੀ 5+3+4। ਰਾਈਟ ਆਨਸਰ ਕੀ ਆ ਜਾਏਗਾ? ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਇਹ, ਮੈਂ ਤੁਹਾਨੂੰ ਕਹਿਣਾ ਵੀ ਇੰਪੋਰਟੈਂਟ ਹੈ, ਠੀਕ ਹੈ ਨਾ, ਸਟਾਰ ਮਾਰਕ ਹੈ, ਇੰਪੋਰਟੈਂਟ ਆ ਤੁਹਾਨੂੰ ਇਹ। ਤਾਂ ਇਹਨਾਂ ਵਿੱਚੋਂ ਰਾਈਟ ਆਨਸਰ ਕੀ ਹੋਵੇਗਾ? ਤਾਂ ਮੈਂ ਤੁਹਾਨੂੰ ਕਰਵਾਇਆ ਸੀਗਾ ਕਿ ਇਹ ਕੀ ਚੀਜ਼ਾਂ ਹੁੰਦੀਆਂ ਨੇ। ਰਿਪਲੇਸ ਕੀਤਾ ਗਿਆ ਹੈ, ਨਵੀਂ ਸਕੂਲ ਐਜੂਕੇਸ਼ਨ ਰਿਫਾਰਮ ਲਿਆਤਾ ਗਿਆ ਸੀਗਾ ਇਸ ਪਾਲਿਸੀ ਦੇ ਵਿੱਚ। ਤਾਂ ਉਹ ਰਿਫਾਰਮ ਕਿਹੜਾ ਹੈਗਾ? ਤਾਂ ਉਸ ਰਿਫਾਰਮ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਗਿਆ, ਕਿਹੜੀਆਂ ਚੀਜ਼ਾਂ ਨੂੰ ਚੇਂਜ ਕੀਤਾ ਗਿਆ? ਤਾਂ ਇਹ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਕਰਵਾਈਆਂ ਸੀ। ਪਹਿਲਾਂ ਫਸਟ ਲੈਕਚਰ ਦੇ ਵਿੱਚ ਹੀ ਇਹ ਤੁਹਾਨੂੰ ਕਰਵਾਈਆਂ ਸੀ ਕਿ ਇੱਕ ਸੈਕੰਡਰੀ ਸਟੇਜ ਹੁੰਦੀ ਹੈ, ਸੈਕੰਡ ਜਿਹੜੀ ਹੁੰਦੀ ਹੈ ਉਹ ਮਿਡ ਸਟੇਜ ਹੁੰਦੀ ਹੈ, ਥਰਡ ਜਿਹੜੀ ਹੁੰਦੀ ਹੈ ਪ੍ਰਬੰਧਕ ਪੱਧਰ ਹੁੰਦੀ ਹੈ ਜਿਹਨੂੰ ਪ੍ਰੀ ਪ੍ਰਾਇਮਰੀ ਸਟੇਜ ਕਹਿੰਦੇ ਆ, ਫਿਫਥ ਜਿਹੜੀ ਹੁੰਦੀ ਹੈ ਉਹ ਫੰਡਾਮੈਂਟਲ ਸਟੇਜ ਹੁੰਦੀ ਹੈ, ਥੱਲੇ ਤੋਂ ਉੱਪਰ ਵੱਲ ਚੱਲਦੀ ਹੈ। ਤਾਂ ਰਾਈਟ ਆਨਸਰ ਕੀ ਹੋ ਜਾਵੇਗਾ? ਮੈਂ ਤੁਹਾਨੂੰ ਥੋੜ੍ਹਾ ਜਿਹਾ ਸਟੇਜ ਦਾ ਦੱਸ ਦਿੰਦਾ ਹੈਗਾ। ਥੱਲੇ ਨੂੰ ਉੱਪਰ ਵੱਲ ਚੱਲੇਗਾ 5, ਠੀਕ ਹੈ ਜੀ। 5 ਜਦੋਂ ਬੱਚਾ 5 ਸਾਲ ਦਾ ਹੁੰਦਾ ਹੈ, 5 ਸਾਲ ਦਾ ਹੁੰਦਾ, ਦੇਖੋ ਹੁਣ ਸਾਰੀਆਂ ਚੀਜ਼ਾਂ ਯਾਦ ਆ ਜਾਣਗੀਆਂ। 5 ਸਾਲ ਦਾ ਹੁੰਦਾ ਤਾਂ ਸੈਕਿੰਡ ਕਲਾਸ ਦੇ ਵਿੱਚ ਹੋ ਜਾਂਦਾ ਹੈ, ਤਾਂ ਉਸ ਨੂੰ ਬੋਲਦੇ ਆ ਫੰਡਾਮੈਂਟਲ ਸਟੇਜ। ਫੰਡਾਮੈਂਟਲ ਸਟੇਜ ਜਦੋਂ ਬੱਚਾ 3 ਸਾਲ ਜਿਹੜਾ ਹੈਗਾ ਅੱਗੇ 3 ਸਾਲ ਦਾ ਅੱਗੇ ਜਾਂਦਾ ਹੈ, ਤਾਂ ਬੱਚਾ ਕੀ ਹੁੰਦਾ ਹੈਗਾ ਉਦੋਂ? ਕਿਹੜੀ ਕਲਾਸ ਦੇ ਵਿੱਚ ਹੁੰਦਾ ਹੈ? 5th ਕਲਾਸ ਦੇ ਵਿੱਚ ਹੁੰਦਾ ਹੈਗਾ। ਕਿਹੜੀ ਕਲਾਸ ਦੇ ਵਿੱਚ ਹੁੰਦਾ ਹੈ? 5th ਕਲਾਸ ਦੇ ਵਿੱਚ ਹੁੰਦਾ ਹੈ। ਤਾਂ ਬੱਚੇ ਦਾ ਜਿਹੜਾ ਉਦੋਂ ਸਟਾਰਟਿੰਗ ਹੁੰਦਾ ਹੈਗਾ ਪ੍ਰੀ ਪ੍ਰਾਇਮਰੀ ਜਿਹੜਾ ਹੈਗਾ ਸਟੇਜ ਜਿਹੜਾ ਹੈਗਾ ਉਦੋਂ ਸ਼ੁਰੂਆਤ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਬੱਚਾ ਅੱਗੇ 3 ਸਾਲ ਅੱਗੇ ਜਾਂਦਾ ਹੈ, ਤਾਂ ਉਦੋਂ ਬੱਚਾ ਜਿਹੜਾ ਹੈਗਾ 8th ਕਲਾਸ ਦੇ ਵਿੱਚ ਹੋ ਜਾਂਦਾ ਹੈ। ਤਾਂ ਉਦੋਂ ਜਿਹੜਾ ਹੈਗਾ ਮਿਡ ਪੱਧਰ ਜਿਹੜਾ ਬੱਚੇ ਦਾ ਮਿਡ ਸਟੇਜ ਜਿਹੜਾ ਹੈਗਾ ਸ਼ੁਰੂਆਤ ਹੋ ਜਾਂਦੀ ਹੈ। ਉਦੋਂ ਮਿਡ ਸਟੇਜ ਸ਼ੁਰੂਆਤ ਹੋ ਜਾਂਦੀ ਹੈ। ਲਾਸਟ ਜਿਹੜਾ ਹੈਗਾ 4 ਰਹਿ ਗਿਆ ਸੀਗਾ ਜਿਹੜਾ, ਤਾਂ 4th ਜਿਹੜਾ ਹੈਗਾ ਜਦੋਂ ਬੱਚਾ ਅੱਗੇ 4 ਸਾਲ ਦਾ ਹੁੰਦਾ ਹੈ, ਤਾਂ ਉਦੋਂ 12ਵੀਂ ਕਲਾਸ ਦੇ ਵਿੱਚ ਚਲਾ ਜਾਂਦਾ ਹੈ। ਤਾਂ ਉਦੋਂ ਜਿਹੜੀ ਹੁੰਦੀ ਹੈ ਸੈਕੰਡਰੀ ਸਟੇਜ ਜਿਹੜੀ ਹੈਗੀ ਹੈ ਬੱਚੇ ਦੀ ਹੁੰਦੀ ਹੈ। ਤਾਂ ਇਹ ਚੀਜ਼ਾਂ ਮੈਂ ਤੁਹਾਨੂੰ ਆਲਰੇਡੀ ਕਰਵਾ ਚੁੱਕੀਆਂ ਹੈ ਨਾ, ਅਤੇ ਇਹ ਚੀਜ਼ਾਂ ਆਪਾਂ ਡਿਸਕਸ ਕਰ ਚੁੱਕੇ ਹਾਂ। ਤਾਂ ਉਦੋਂ ਕਿਹੜੇ ਸੈਕੰਡਰੀ ਸਟੇਜ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਹੈਗਾ ਬੱਚਾ ਅਲੱਗ-ਅਲੱਗ ਜਿਹੜਾ ਹੈਗਾ ਭਾਸ਼ਾ ਦਾ ਗਿਆਨ ਆ ਜਾਂਦਾ, ਅਲੱਗ-ਅਲੱਗ ਜਿਹੜੀਆਂ ਹੈਗੀਆਂ ਸਬਜੈਕਟ ਚੂਜ਼ ਕਰਨ ਲੱਗ ਜਾਂਦਾ ਹੈਗਾ। ਜਦੋਂ ਬੱਚਾ ਮਿਡ ਸਟੇਜ ਦਾ ਹੁੰਦਾ ਹੈਗਾ ਤਾਂ ਐਕਸਪੈਰੀਮੈਂਟ ਬੇਸਡ ਹੁੰਦੀ ਹੈ, ਐਕਸਪੈਰੀਮੈਂਟ ਕਰਦਾ ਹੈਗਾ, ਐਕਸਪੈਰੀਮੈਂਟ ਚੀਜ਼ਾਂ ਨੂੰ ਦੇਖਦਾ ਹੈਗਾ। ਤਾਂ ਉਸ ਤੋਂ ਬਾਅਦ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤਾਂ ਉਸ ਤੋਂ ਬਾਅਦ ਸੈਕੰਡ ਜਿਹੜਾ ਹੈਗਾ ਆਇਆ ਸੀ 3 ਸਾਲ 5ਵੀਂ ਕਲਾਸ ਦਾ ਜਦੋਂ ਬੱਚਾ ਹੁੰਦਾ ਹੈਗਾ, ਤਾਂ ਪ੍ਰੀ ਪ੍ਰਾਇਮਰੀ ਪੱਧਰ ਹੁੰਦਾ ਹੈਗਾ। ਤਾਂ ਉਦੋਂ ਬੱਚਾ ਜਿਹੜਾ ਹੈਗਾ 2 ਵੇ ਕਮਿਊਨੀਕੇਸ਼ਨ ਕਰਨ ਲੱਗ ਜਾਂਦਾ ਹੈਗਾ। 2 ਵੇ ਕਮਿਊਨੀਕੇਸ਼ਨ ਹੈ ਨਾ, 2 ਬੰਦਿਆਂ ਦੇ ਵਿੱਚ ਆਪਸ ਦੇ ਵਿੱਚ ਗੱਲ ਕਰਨਾ ਜਿਹੜਾ ਹੈਗਾ ਸਿੱਖ ਜਾਂਦਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਤਾਂ ਰਾਈਟ ਆਨਸਰ ਜਿਹੜਾ ਇਹਦਾ ਆਉਣਾ ਸੀ, ਤਾਂ ਰਾਈਟ ਆਨਸਰ ਜਿਹੜਾ ਇਹਦਾ ਰਾਈਟ ਆਨਸਰ ਬਣਦਾ ਹੈ ਉਹ ਜਿਹੜਾ ਹੈਗਾ ਡੀ ਇਜ਼ ਦਾ ਰਾਈਟ ਆਨਸਰ। ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਦਾ ਆਨਸਰ ਜ਼ਰੂਰ ਦੱਸੋ ਜੀ। 7th ਦਾ ਕੀ ਆਨਸਰ ਹੋਵੇਗਾ? ਬਟ ਵੈਨ ਇਜ਼ ਦ ਯੂਨੀਅਨ ਕੈਬਨਿਟ ਡਿਡ ਅਪਰੂਵਡ ਦੀ ਨਿਊ ਨੈਸ਼ਨਲ ਐਜੂਕੇਸ਼ਨ ਪਾਲਿਸੀ 2020? ਕਹਿੰਦਾ ਆਪਸ਼ਨ ਏ 29 ਜੁਲਾਈ ਜਿਹੜਾ ਹੈਗਾ 2000, ਹਾਂਜੀ, ਕਹਿੰਦਾ ਵੀ ਨਵੀਂ ਐਜੂਕੇਸ਼ਨ ਪਾਲਿਸੀ ਕਦੋਂ ਸ਼ੁਰੂਆਤ ਕੀਤੀ ਗਈ ਸੀ? ਰਾਈਟ ਡੇਟ ਦੱਸਣੀ ਹੈ ਕਦੋਂ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਗਈ ਸੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ, ਕਦੋਂ ਸ਼ੁਰੂਆਤ ਹੋਈ ਸੀਗੀ? 29 ਜੁਲਾਈ 2020, 20 ਜੁਲਾਈ 2020, 21 ਅਗਸਤ 2020 ਅਤੇ 28 ਅਗਸਤ 2020। ਭਾਰਤ ਸਰਕਾਰ ਦੁਆਰਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਨੂੰ ਭਾਰਤ ਵਿੱਚ ਕਦੋਂ ਲਾਗੂ ਕੀਤਾ ਗਿਆ ਸੀ? ਤਾਂ ਇਸ ਚੀਜ਼ ਦਾ ਤੁਸੀਂ ਰਾਈਟ ਆਨਸਰ ਜ਼ਰੂਰ ਦੇਣਾ। ਕਦੋਂ ਲਾਗੂ ਕੀਤਾ ਗਿਆ ਸੀਗਾ? ਤਾਂ ਜਲਦੀ ਤੋਂ ਜਲਦੀ ਜਿਹੜਾ ਹੈਗਾ ਕਮੈਂਟ ਦੇ ਵਿੱਚ ਜ਼ਰੂਰ ਆਨਸਰ ਦਿਓ। ਤਾਂ ਰਾਈਟ ਆਨਸਰ ਕੀ ਹੈ ਜੀ? ਤਾਂ ਰਾਈਟ ਆਨਸਰ ਇਜ਼ ਦਾ ਏ ਇਜ਼ ਦਾ ਰਾਈਟ ਆਨਸਰ। ਏ ਇਜ਼ ਦਾ ਰਾਈਟ ਆਨਸਰ। ਏ ਇਜ਼ ਦਾ ਰਾਈਟ ਆਨਸਰ। ਇਹ ਆਪਸ਼ਨ ਇਜ਼ ਦਾ ਰਾਈਟ ਆਨਸਰ। 29 ਜੁਲਾਈ 2020, 29 ਜੁਲਾਈ 2020 ਨੂੰ ਜਿਹੜਾ ਹੈਗਾ 29 ਜੁਲਾਈ
2020 ਨੂੰ ਜਿਹੜਾ ਪੂਰੇ ਭਾਰਤ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਕੀ ਕੀਤਾ ਗਿਆ ਸੀਗਾ, ਨਰਿੰਦਰ ਮੋਦੀ ਦੁਆਰਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰ ਦਿੱਤਾ ਗਿਆ ਸੀ। ਪੂਰੇ ਭਾਰਤ ਦੇ ਵਿੱਚ ਕੀ ਕਰ ਦਿੱਤਾ ਗਿਆ ਸੀਗਾ, ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰ ਦਿੱਤਾ ਗਿਆ ਸੀ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। 8th ਕੁਐਸਚਨ ਕੀ ਕਹਿੰਦਾ ਹੈ, ਐਜੂਕੇਸ਼ਨ ਇਜ਼ ਡੈਸ਼ ਫॉर ਅਚੀਵਿੰਗ ਫੁੱਲ ਹਿਊਮਨ ਜਿਹੜਾ ਹੈਗਾ ਪੋਟੈਂਸ਼ੀਅਲ ਡਿਵੈਲਪਮੈਂਟ ਜਿਹੜਾ ਹੈ ਇਕੁਅਲ ਐਂਡ ਜਸਟ ਸੋਸਾਇਟੀ ਐਂਡ ਪ੍ਰੋਮੋਟਿੰਗ ਨੈਸ਼ਨਲ ਡਿਵੈਲਪਮੈਂਟ। ਤਾਂ ਰਾਈਟ ਆਨਸਰ ਕੀ ਹੋਵੇਗਾ, ਆਪਸ਼ਨ ਏ ਕਨਸਟੀਟਿਊਸ਼ਨਲ, ਸੈਕੰਡ ਕੀ ਹੈ ਲੀਗਲ, ਥਰਡ ਕੀ ਹੈ ਫੰਡਾਮੈਂਟਲ ਤੇ ਫੋਰਥ ਕੀ ਹੈ ਅਥੋਰਿਟਿਕ। ਤਾਂ ਇਹਨਾਂ ਵਿੱਚੋਂ ਰਾਈਟ ਆਨਸਰ ਕੀ ਹੋਵੇਗਾ 8ਵੇਂ ਦਾ। ਹਾਂਜੀ, ਰਾਈਟ ਆਨਸਰ ਕੀ ਹੋਵੇਗਾ, ਐਜੂਕੇਸ਼ਨ ਪਾਲਿਸੀ ਫॉर ਅਚੀਵਿੰਗ ਹਿਊਮਨ ਪ੍ਰੋਟੈਕਸ਼ਨ। ਤਾਂ ਰਾਈਟ ਆਨਸਰ ਕੀ ਹੋਵੇਗਾ, ਤਾਂ ਰਾਈਟ ਆਨਸਰ ਜਲਦੀ ਤੋਂ ਜਲਦੀ ਜਿਹੜਾ ਹੈਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿੱਤਾ ਜਾਵੇ। ਤਾਂ ਫੰਡਾਮੈਂਟਲ ਆਪਣੇ ਮੌਲਿਕ ਅਧਿਕਾਰ ਨੇ। ਤਾਂ ਰਾਈਟ ਆਨਸਰ ਕੀ ਹੋ ਜਾਵੇਗਾ ਇਹਦਾ, ਤਾਂ ਸੀ ਇਜ਼ ਦਾ ਰਾਈਟ ਆਨਸਰ, ਸੀ ਇਜ਼ ਦਾ ਰਾਈਟ ਆਨਸਰ। 9th ਕੁਐਸਚਨ ਕੀ ਕਹਿੰਦਾ ਹੈ, 9th ਕੁਐਸਚਨ ਕੀ ਕਹਿੰਦਾ, 9th ਕੁਐਸਚਨ ਕੀ ਕਹਿੰਦਾ ਹੈ, ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਨੇਮਡ ਐ, ਕਹਿੰਦਾ ਵੀ ਮਿਨਿਸਟਰੀ ਆਫ ਹਿਊਮਨ ਜਿਹੜੀ ਡਿਵੈਲਪਮੈਂਟ ਹੈ ਉਹਦਾ MHRD ਰੀਨੇਮ ਕੀਤਾ ਗਿਆ ਗਾ। ਉਹਨੂੰ ਕੀ ਕਿਹਾ ਗਿਆ ਹੈ, ਮਿਨਿਸਟਰੀ ਆਫ ਐਜੂਕੇਸ਼ਨ, ਮਿਨਿਸਟਰੀ ਆਫ ਹਿਊਮਨ ਐਜੂਕੇਸ਼ਨ, ਮਿਨਿਸਟਰੀ ਆਫ ਹਿਊਮਨ ਜਿਹੜਾ ਹੈਗਾ ਕੈਪੀਟਲਸ ਐਂਡ ਨਨ ਆਫ ਦਾ ਅਬਵ। ਇਹਦੀ ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਦੇ ਵਿੱਚ ਕੀ ਕੀਤਾ ਗਿਆ ਕਿ ਇਸ ਚੀਜ਼ ਨੂੰ ਚੇਂਜ ਕੀਤਾ ਗਿਆ, ਤਾਂ ਉਹ ਕਿਹੜਾ ਹੈਗਾ। ਜੇਕਰ ਪੰਜਾਬੀ ਦੇ ਵਿੱਚ ਆਪਾਂ ਬੋਲਿਆ ਜਾਵੇ ਕਿ ਮਨੁੱਖੀ ਸਰੋਤਾਂ ਦਾ ਵਿਕਾਸ ਮਿਨਿਸਟਰੀ, ਠੀਕ ਹੈ ਨਾ, ਇਹਦੇ ਜਿਹੜੀ ਸਭ ਤੋਂ ਜਿਹੜੇ ਹੈਗੇ ਜ਼ਿੰਮੇਵਾਰ ਹੁੰਦੀ ਹੈ ਸਾਰੀਆਂ ਚੀਜ਼ਾਂ ਨੂੰ, ECC ਕਰਿਕੂਲਮ ਜਿਹੜਾ ਪਾਠਕ੍ਰਮ ਪੈਡਾਗੋਗੀਕਲ ਦੇਖਦੀ ਹੈ, ਉਹ ਸਾਰਿਆਂ ਨੂੰ ਦੇਖਦੀ ਹੈ MHRD ਮਿਨਿਸਟਰੀ, ਠੀਕ ਹੈ ਨਾ। ਤਾਂ ਇਹਦੇ ਅੰਡਰ ਕਿਹੜੇ ਕਿਹੜੇ ਆ ਜਾਂਦੇ ਨੇ ਉਹ ਵੀ ਆਪਾਂ ਡਿਸਕਸ ਅੱਗੇ ਕਰਾਂਗੇ। ਤਾਂ ਇਹਨੂੰ ਕਿਹੜੇ ਨਾਮ ਨਾਲ ਜਿਹੜਾ ਹੈਗਾ ਚੇਂਜ ਕੀਤਾ ਗਿਆ ਗਾ, ਤਾਂ ਆਪਾਂ ਉਹ ਗੱਲ ਦੱਸਣੀ ਹੈ। ਤਾਂ 9ਵਾਂ ਕੁਐਸਚਨ ਦਾ ਰਾਈਟ ਆਨਸਰ ਕੀ ਆ ਜਾਵੇਗਾ, ਮਿਨਿਸਟਰੀ ਆਫ ਐਜੂਕੇਸ਼ਨ। ਤਾਂ ਰਾਈਟ ਆਨਸਰ ਕੀ ਆ ਜਾਵੇਗਾ, ਏ ਇਜ਼ ਦਾ ਰਾਈਟ ਆਨਸਰ, ਮਿਨਿਸਟਰੀ ਆਫ ਐਜੂਕੇਸ਼ਨ। ਹੂ ਇਜ਼ ਦਾ ਲਾਸਟ ਮਿਨਿਸਟਰ MHRD ਐਂਡ ਫਸਟ ਮਿਨਿਸਟਰ ਆਫ ਐਜੂਕੇਸ਼ਨ, ਠੀਕ ਹੈ ਨਾ। ਲਾਸਟ ਮਿਨਿਸਟਰ ਦੱਸਣਾ ਹੈ ਤੇ ਫਸਟ ਮਿਨਿਸਟਰ ਦੱਸਣਾ ਹੈ। ਐਜੂਕੇਸ਼ਨ ਮਿਨਿਸਟਰ MHRD ਦਾ ਕਿਹੜਾ ਰਹੇਗਾ, ਉਹਨਾਂ ਬਾਰੇ ਆਪਾਂ ਗੱਲ ਕਰਨੀ ਹੈ। ਆਪਸ਼ਨ ਏ ਕਪਿਲ ਸੱਬਲ, ਆਪਸ਼ਨ ਬੀ ਰਮੇਸ਼ ਪੋਖਰਿਆਲ, ਆਪਸ਼ਨ ਡੀ ਜਿਹੜਾ ਹੈਗਾ ਜਰਨਲ ਰਮੇਸ਼, ਆਪਸ਼ਨ ਡੀ ਜਿਹੜਾ ਹੈਗਾ ਪ੍ਰਕਾਸ਼ ਜਵੇਦਗੜ। ਤਾਂ ਇਹਨਾਂ ਵਿੱਚੋਂ ਰਾਈਟ ਆਨਸਰ ਕੀ ਹੋਵੇਗਾ, ਤਾਂ ਰਾਈਟ ਆਨਸਰ ਜਲਦੀ ਤੋਂ ਜਲਦੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਜਾਵੇ। ਤਾਂ ਰਾਈਟ ਆਨਸਰ ਕੀ ਹੋਵੇਗਾ, MHRD ਮਿਨਿਸਟਰ ਦਾ ਜਿਹੜਾ ਹੈਗਾ ਕਿਹੜਾ ਹੈਗਾ। ਤਾਂ ਰਾਈਟ ਆਨਸਰ ਕੀ ਹੈ ਜੀ, ਤਾਂ ਰਾਈਟ ਆਨਸਰ ਇਹਦਾ ਵੀ ਆਪਸ਼ਨ ਇਜ਼ ਦਾ ਰਾਈਟ ਆਨਸਰ, ਰਮੇਸ਼ ਪੋਖਰਿਆਲ, ਠੀਕ ਹੈ ਜੀ, ਇਸ ਦਾ ਰਾਈਟ ਆਨਸਰ। 11ਵਾਂ ਕੁਐਸਚਨ, ਐਜ਼ ਏ ਪਰ ਜਿਹੜਾ ਹੈਗਾ ਪਾਲਿਸੀ, ਐਜ਼ ਪਰ ਪਾਲਿਸੀ ਜਿਹੜੀ ਹੈ ਪਬਲਿਕ ਇਨਵੈਸਟਮੈਂਟ ਆਫ ਐਜੂਕੇਸ਼ਨ ਵੈਲ ਬੀ ਇੰਟਰਸਟ ਫਰੋਮ ਦੀ ਕਰੰਟ 4.3% ਟੂ, ਠੀਕ ਹੈ ਜੀ, A 5%, B ਜਿਹੜੀ ਹੈਗੀ ਹੈ B ਆਪਸ਼ਨ 5.5%, C ਆਪਸ਼ਨ 6%, D ਆਪਸ਼ਨ ਜਿਹੜਾ ਹੈਗਾ 6.5%। ਇਹਨਾਂ ਵਿੱਚੋਂ ਜਿਹੜੇ ਹੈਗਾ ਪਰ ਕੈਪੀਟਲ ਜਿਹੜੀ ਹੈਗੀ ਇਨਵੈਸਟਮੈਂਟ ਐਜੂਕੇਸ਼ਨ ਦੇ ਵਿੱਚ ਹੋ ਰਹੀ ਹੈ ਉਹ ਕਿੰਨੀ ਹੈ, ਵਧਾ ਕੇ ਕਰੰਟ ਜਿਹੜੀ ਹੈਗੀ ਇੰਨੀ ਸੀ ਤਾਂ ਹੁਣ ਕਿੰਨੀ ਵਧਾ ਕੇ ਕੀਤੀ ਹੈ, ਤਾਂ ਉਹਨਾਂ ਵਿੱਚੋਂ 1% ਜੇ ਆਪਾਂ ਦੱਸਣੀ ਹੈ। 11ਵੇਂ ਦਾ ਰਾਈਟ ਆਨਸਰ ਕੀ ਹੋਵੇਗਾ, ਤਾਂ ਰਾਈਟ ਆਨਸਰ ਕੀ ਹੈ ਜੀ 11ਵੇਂ ਦਾ, ਤਾਂ ਵਧਾ ਕੇ ਜਿਹੜੀ ਕੀਤੀ ਗਈ ਆ ਉਹ 6% ਕੀਤੀ ਗਈ ਹੈ। ਤਾਂ ਕਿੰਨੀ ਆ, C ਆਪਸ਼ਨ ਇਜ਼ ਦਾ ਰਾਈਟ ਆਨਸਰ, C ਇਜ਼ ਦਾ ਰਾਈਟ ਆਨਸਰ। 12ਵਾਂ ਕੁਐਸਚਨ ਕੀ ਕਹਿੰਦਾ, ਅਕੋਰਡਿੰਗ ਟੂ ਦਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਟੀਚਰ will to teach lesson in mother tongue or original language up to which class। ਕਹਿੰਦੇ ਕਿਹੜੀ ਕਲਾਸ ਤੱਕ ਜਿਹੜਾ ਹੈਗਾ ਬੱਚਾ ਨੂੰ ਮਦਰ ਟੰਗ ਭਾਸ਼ਾ ਤੱਕ ਕਰਵਾਈ ਜਾਣੀ ਚਾਹੀਦੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਹਰੇਕ ਪੇਪਰ ਦੇ ਵਿੱਚ ਜਦੋਂ ਤੁਹਾਨੂੰ ਕਲਾਸ ਦੇ ਵਿੱਚ ਟੌਪਿਕ ਕਰਾਉਂਦਾ ਸੀ ਤਾਂ ਮੈਂ ਹਰ ਇੱਕ ਚੀਜ਼ ਤੁਹਾਨੂੰ ਦੱਸਦਾ ਸੀ ਵੀ ਇਹ ਚੀਜ਼ ਇੰਪੋਰਟੈਂਟ ਬਣ ਸਕਦੀ ਹੈ, ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤਾਂ ਕਿਹੜੀ ਕਲਾਸ ਤੱਕ ਜਿਹੜੀ ਹੈਗੀ ਹੈ ਮਦਰ ਟੰਗ ਲੈਂਗੁਏਜ ਦੇ ਵਿੱਚ ਸਿਲੇਬਸ ਕਰਵਾਇਆ ਜਾਵੇਗਾ,
उस चीज़ ਨੂੰ ਤੁਸੀਂ ਦੱਸਣਾ ਹੈਗਾ। ਤਾਂ ਕਿਹੜੀ ਕਲਾਸ ਤੱਕ ਜਿਹੜਾ ਹੈਗਾ ਕਰਵਾਇਆ ਜਾਵੇਗਾ। 12ਵੇਂ ਦਾ ਆਨਸਰ ਕੀ ਆਵੇਗਾ? ਤਾਂ 12ਵੇਂ ਦਾ ਰਾਈਟ ਆਨਸਰ ਕੀ ਆਵੇਗਾ? ਤਾਂ 12ਵੇਂ ਦਾ ਰਾਈਟ ਆਨਸਰ ਆ ਜਾਏਗਾ ਆਪਸ਼ਨ ਡੀ। ਆਪਸ਼ਨ ਡੀ ਰਾਈਟ ਆਨਸਰ ਕੀ ਆਵੇਗਾ? 5th ਕਲਾਸ ਤੱਕ। 5th ਕਲਾਸ ਤੱਕ ਜਿਹੜਾ ਹੈਗਾ ਰਾਈਟ ਆਨਸਰ ਆਵੇਗਾ। ਤਾਂ 5th ਕਲਾਸ ਤੱਕ ਦੇਖੋ, ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ, ਕਹਿੰਦਾ ਵੀ ਜਦੋਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਿਆਤੀ ਗਈ ਹੈ, ਪਹਿਲਾਂ ਉਹਦੇ ਵਿੱਚ ਕੀ ਸੀਗਾ, 5th ਤੱਕ ਜਿਹੜੀ ਹੈਗੀ ਹੈ ਉਹਦੇ ਵਿੱਚ ਕੀ ਹੈ ਕਿ ਮਦਰ ਟੰਗ ਹੈ ਨਾ, ਮਦਰ ਟੰਗ ਲੈਂਗੁਏਜ, ਮਦਰ ਟੰਗ। ਠੀਕ ਹੈ, ਪਰ ਇਸ ਨੂੰ ਵਧਾ ਕੇ ਜਿਹੜਾ ਹੁਣ ਕਰ ਰਹੇ ਆ ਉਹ 8th ਕਲਾਸ ਤੱਕ ਵੀ ਕਰ ਰਹੇ ਆ। ਤਾਂ 8th ਕਲਾਸ ਤੱਕ ਵੀ ਕੀ ਹੋਊਗਾ ਕਿ ਉਸ ਲੈਂਗੁਏਜ ਦੇ ਵਿੱਚ ਜਿਹੜੀ ਹੈਗੀ ਹੈ ਸਿਲੇਬਸ ਕਰਵਾਇਆ ਜਾਵੇਗਾ। ਜਿਵੇਂ ਜਿਵੇਂ ਪੰਜਾਬ ਦੇ ਵਿੱਚ ਆ ਪੰਜਾਬੀ, ਠੀਕ ਹੈ ਨਾ, ਤਾਂ ਹਰਿਆਣੇ ਦੇ ਵਿੱਚ ਆ ਹਿੰਦੀ। ਤਾਂ ਇੱਦਾਂ ਦਾ ਦੇਖੋ ਮਦਰ ਟੰਗ ਲੈਂਗੁਏਜ ਦੇ ਵਿੱਚ ਕਰਵਾਇਆ ਜਾਵੇਗਾ। ਇੱਕ ਹੋਰ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਨਵੇਂ ਪਾਲਿਸੀ ਦੇ ਵਿੱਚ ਜਿਹੜੇ ਹੈਗੇ ਆ ਪੰਜਾਬ ਸਰਕਾਰ ਦੁਆਰਾ ਹਰ ਇੱਕ ਦਫ਼ਤਰ ਦੇ ਵਿੱਚ ਹਰ ਇੱਕ ਸਬਜੈਕਟ ਹਰ ਇੱਕ ਸਕੂਲ ਨੂੰ ਕਿ ਪੰਜਾਬੀ ਪੜ੍ਹਾਉਣ ਦਾ ਲਾਜ਼ਮੀ ਕਰ ਦਿੱਤੀ ਹੈ। ਜੇਕਰ ਕੋਈ ਸਕੂਲ ਪੰਜਾਬੀ ਨਹੀਂ ਪੜ੍ਹਾ ਰਿਹਾ ਤਾਂ ਉਹਨੂੰ 50,000 ਰੁਪਏ ਜਿਹੜਾ ਹੈਗਾ ਜੁਰਮਾਨਾ ਲੱਗ ਸਕਦਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਧਿਆਨ 'ਚ ਰੱਖਿਓ। ਤਾਂ ਪਰ ਜਿਹੜਾ ਹੈਗਾ ਮਿਨਿਸਟਰ, ਜਿਹੜਾ ਐਜੂਕੇਸ਼ਨ ਮਿਨਿਸਟਰ ਐਂਡ ਸਪੋਰਟਸ ਮਿਨਿਸਟਰ ਜਿਹੜਾ ਹੈਗਾ ਪ੍ਰਗਟ ਸਿੰਘ ਦੁਆਰਾ ਇੰਪਲੀਮੈਂਟ ਕੀਤਾ ਗਿਆ। ਵਾਈ ਵਿੱਚ 13ਵਾਂ ਕੁਐਸਚਨ ਕੀ ਕਹਿੰਦਾ ਹੈ? ਵਾਈ ਵਿੱਚ ਈਅਰ ਦਾ ਮਿਨੀਮਮ ਜਿਹੜਾ ਹੈਗਾ ਡਿਗਰੀ ਕੁਆਲੀਫਿਕੇਸ਼ਨ ਟੀਚਿੰਗ ਇਜ਼ ਗੋਇੰਗ ਟੂ ਵੀ ਏ 4 ਈਅਰ ਇੰਟਰਸਟਡ B.Ed ਡਿਗਰੀ। ਠੀਕ ਹੈ ਨਾ, ਤਾਂ ਇਹ ਚੀਜ਼ 13ਵਾਂ ਕੁਐਸਚਨ ਤੁਸੀਂ ਦੱਸਣਾ ਹੈ। 13ਵੇਂ ਕੁਐਸਚਨ ਦਾ ਰਾਈਟ ਆਨਸਰ ਕੀ ਹੋਵੇਗਾ? ਤਾਂ 13ਵੇਂ ਕੁਐਸਚਨ ਦਾ ਰਾਈਟ ਆਨਸਰ ਕੀ ਹੈ? ਤਾਂ ਜਿਹੜਾ ਹੈਗਾ B ਇਜ਼ ਦਾ ਰਾਈਟ ਆਨਸਰ 2030 ਤੱਕ। ਠੀਕ ਹੈ ਜੀ, 2030 ਤੱਕ ਜਿਹੜਾ 14ਵਾਂ ਕੁਐਸਚਨ ਕੀ ਕਹਿੰਦਾ ਹੈ? ਇਨ ਵਿੱਚ ਲਿਸਟ ਆਫ ਇੰਡੀਅਨ ਕੰਸਟੀਟਿਊਸ਼ਨ ਐਜੂਕੇਸ਼ਨ ਸਬਜੈਕਟ ਇਜ਼ ਦਾ ਲਿਸਟਡ। ਕਹਿੰਦਾ ਵੀ ਜਿਹੜਾ ਹੈਗਾ ਕੰਸਟੀਟਿਊਸ਼ਨ ਦੇ ਵਿੱਚ ਐਜੂਕੇਸ਼ਨ ਸਬਜੈਕਟ ਜਿਹੜਾ ਹੈਗਾ ਕਾਹਦੇ ਵਿੱਚ ਮੈਂਸ਼ਨ ਕੀਤਾ ਗਿਆ ਹੈਗਾ। ਠੀਕ ਹੈ, ਉਹ ਸਰਕਾਰ ਸੈਂਟਰ ਦਾ, ਸਟੇਟ ਦਾ ਕੰਕਰੈਂਟ ਲਿਸਟ ਹੈ ਜਾਂ ਨਨ ਆਫ ਅਬਵ ਹੈ। ਠੀਕ ਹੈ ਨਾ, ਦੋਨਾਂ ਦਾ ਜਾਂ ਇਕੱਲੀ ਸਟੇਟ ਦਾ ਜਾਂ ਸੈਂਟਰ ਦਾ ਹੈ, ਉਹ ਚੀਜ਼ ਦੱਸਣੀ ਹੈ ਵੀ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਹੈਗਾ ਐਜੂਕੇਸ਼ਨ ਜਿਹੜਾ ਸਬਜੈਕਟ ਰੱਖਿਆ ਗਿਆ ਉਹ ਕਿਹੜੀ ਲਿਸਟ ਦੇ ਵਿੱਚ ਆਉਂਦਾ ਹੈਗਾ। ਤਾਂ ਇਸ ਚੀਜ਼ ਨੂੰ ਤੁਸੀਂ ਜ਼ਰੂਰ ਦੱਸਣਾ ਹੈਗਾ। ਤਾਂ ਕਿਹੜੀ ਲਿਸਟ ਦੇ ਵਿੱਚ ਆਉਂਦਾ ਉਸ ਚੀਜ਼ ਨੂੰ ਆਪਾਂ ਜ਼ਰੂਰ ਦੱਸਣਾ। 14ਵਾਂ ਕੁਐਸਚਨ ਦਾ ਰਾਈਟ ਆਨਸਰ ਕੀ ਹੋਵੇਗਾ? ਮੈਂ ਕਰਵਾਇਆ ਹੋਇਆ ਜੀ। ਠੀਕ ਹੈ ਨਾ, ਮੈਂ ਤੁਹਾਨੂੰ ਇੱਕ ਹੋਰ ਗੱਲ ਹੈ, ਜਦੋਂ ਆਪਾਂ ਪੋਲਿਟੀ ਦੀ ਕਲਾਸ ਲਾਈ ਸੀ, ਤਾਂ ਪੋਲਿਟੀ ਦੇ ਵਿੱਚ ਮੈਂ ਤੁਹਾਨੂੰ 3 ਲਿਸਟਾਂ ਕਰਾਈਆਂ ਸੀ, ਯੂਨੀਅਨ ਲਿਸਟ, ਸਟੇਟ ਲਿਸਟ ਐਂਡ ਕੰਕਰੈਂਟ ਲਿਸਟ। ਇਹਦੇ ਵਿੱਚ ਮੈਂ ਕਰਾਇਆ ਸੀ ਕਿ ਇਹਦੇ ਵਿੱਚ 97 ਸਬਜੈਕਟ ਨੇ, ਇਹਦੇ ਵਿੱਚ 59 ਸਬਜੈਕਟ ਨੇ, ਤਾਂ ਇਹਦੇ ਵਿੱਚ ਵੀ 61 ਤੱਕ ਸਬਜੈਕਟ ਆਉਂਦੇ ਨੇ। ਇਹਦੇ ਵਿੱਚ ਉਹ ਹੁੰਦਾ ਜੋ ਸਿਰਫ ਸੈਂਟਰ ਕਰਦੀ ਹੈ ਅਤੇ ਲਾਗੂ ਸਿਰਫ ਸੈਂਟਰ ਕਰ ਸਕਦੀ ਹੈ, ਜਿਵੇਂ ਹੈਲਥ ਦੇ ਵਿੱਚ ਹੋ ਗਿਆ ਜਾਂ ਰੇਲਵੇ ਪਾਲਿਸੀ ਹੋ ਗਈ, ਬੈਂਕਿੰਗ ਪਾਲਿਸੀ ਹੋ ਗਈ। ਸਟੇਟ ਦੇ ਵਿੱਚ ਜਿਵੇਂ ਜਿਹੜੇ ਹੈਗਾ ਸਟੇਟ ਦੇ ਵਿੱਚ ਜਿੰਨੇ ਮਹਿਕਮੇ ਆ, ਰੈਵਨਿਊ ਡਿਪਾਰਟਮੈਂਟ ਹੋ ਗਿਆ, ਠੀਕ ਹੈ, ਨਹਿਰੀ ਡਿਪਾਰਟਮੈਂਟ ਹੋ ਗਿਆ, ਇਹ ਚੀਜ਼ਾਂ ਹੈ ਨਾ, ਉਹ ਸਾਰਾ ਸਿਸਟਮ ਕੌਣ ਸਟੇਟ ਦੇਖੇਗੀ। ਕੰਕਰੈਂਟ ਲਿਸਟ ਦਾ ਮਤਲਬ ਕੀ ਹੈ? ਉਹ ਪਾਲਿਸੀਆਂ ਜੋ ਸੈਂਟਰ ਦੇ ਵਿੱਚ ਵੀ ਹੋਊਗੀ ਤੇ ਸਟੇਟ ਦੇ ਵਿੱਚ ਵੀ ਹੋਊਗੀ, ਹੈ ਨਾ। ਤਾਂ ਰਾਈਟ ਆਨਸਰ ਇਹਦਾ ਕੀ ਆ ਜਾਵੇਗਾ? 14ਵੇਂ ਦਾ ਰਾਈਟ ਆਨਸਰ ਕੀ ਆ ਜਾਵੇਗਾ? ਤਾਂ ਰਾਈਟ ਆਨਸਰ 14ਵੇਂ ਦਾ ਆ ਜਾਵੇਗਾ C ਇਜ਼ ਦਾ ਰਾਈਟ ਆਨਸਰ। ਕੰਕਰੈਂਟ ਲਿਸਟ C ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਵੀ ਦੋਨਾਂ ਨਾਲੇ ਉਹ ਸਟੇਟ ਦੇਖਦੀ ਹੈ, ਨਾਲੇ ਉਹ ਕੀ ਕਰਦੀ ਹੈ, ਯੂਨੀਅਨ ਸੈਂਟਰ ਸਰਕਾਰ ਦੇਖਦੀ ਹੈ। ਸੈਂਟਰ ਸਰਕਾਰ ਨੇ ਤਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਾਗੂ ਕੀਤੀ ਹੈ, ਤਾਂ ਸੈਂਟਰ ਸਰਕਾਰ ਹੀ ਆ ਉਹ, ਹੈ ਨਾ। ਤਾਂ ਸੈਂਟਰ ਸਰਕਾਰ ਨੇ ਤਾਂ ਲਾਗੂ ਕੀਤੀ ਹੈ ਵੀ ਹਰੇਕ ਸਕੂਲਾਂ ਦੇ ਵਿੱਚ ਕੀ ਹੋਣਾ ਚਾਹੀਦਾ, ਪ੍ਰੀ ਪ੍ਰਾਇਮਰੀ ਸਕੂਲ ਦੇ ਬੱਚੇ ਹੋਣੇ ਚਾਹੀਦੇ ਨੇ। ਤਾਂ ਉਹ ਕਿਹਨੇ ਕੀਤੀ ਹੈ? ਤਾਂ ਸੈਂਟਰ ਸਰਕਾਰ ਨੇ ਹੀ ਕੀਤੀ ਹੈ। ਤਾਂ ਇਸ ਚੀਜ਼ ਨੂੰ ਇੱਦਾਂ ਦੇ ਕੁਐਸਚਨ ਬਹੁਤ ਬਣਨਗੇ। ਮੈਂ ਕਹਿ ਰਿਹਾ ਵੀ ਇੱਦਾਂ ਦੇ ਕੁਐਸਚਨਾਂ ਨੂੰ ਭਾਈ ਜ਼ਰੂਰ ਯਾਦ ਰੱਖਿਓ। ਅੱਛਾ, 15 ਕੁਐਸਚਨ ਕੀ ਹੈ? ਬਹੁਤ ਵਧੀਆ ਕੁਐਸਚਨ ਹੈ। ਸਾਰੇ ਇੰਪੋਰਟੈਂਟ ਕੁਐਸਚਨ ਜਿਹੜੇ ਹੈਗੇ ਤੁਹਾਡੇ ਵਾਸਤੇ ਸੈਸ਼ਨ ਦੇ ਵਿੱਚ ਲੈ ਕੇ ਆਇਆਗਾ, ਤਾਂ ਸਾਰੇ ਕੁਐਸਚਨਾਂ ਨੂੰ ਜ਼ਰੂਰ ਜਿਹੜਾ ਹੈਗਾ ਧਿਆਨ ਨਾਲ ਦੇਖਿਆ ਕਰੋ। ਤਾਂ ਦਾ ਵੋਕੇਸ਼ਨਲ ਐਜੂਕੇਸ਼ਨ ਵਿਲ ਵੀ ਸਟਾਰਟ ਫਰੋਮ, ਕਹਿੰਦਾ ਵੀ ਵੋਕੇਸ਼ਨਲ ਐਜੂਕੇਸ਼ਨ ਜਿਹੜੀ ਹੈਗੀ ਹੈ ਕਦੋਂ ਤੱਕ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਜਾਊਗੀ, ਇਹਦੀ ਕਿਹੜੀ ਕਲਾਸ ਤੋਂ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਜਾਊਗੀ, ਤਾਂ ਜ਼ਰੂਰ ਦੱਸਣਾ ਹੈ। ਮੈਂ ਤੁਹਾਨੂੰ ਟੀਚਾ ਵੀ ਆਪਾਂ ਡਿਸਕਸ ਕਰਾਂਗੇ ਵੀ ਕਦੋਂ ਤੱਕ ਜਿਹੜੀ ਹੈਗੀ ਹੈ ਵੋਕੇਸ਼ਨਲ ਐਜੂਕੇਸ਼ਨ ਜਿਹੜੀ ਹੈਗੀ ਹੈ ਕੰਪਲੀਟ ਹੋਣੀ ਚਾਹੀਦੀ ਹੈ,
ਤਾਂ ਕਦੋਂ ਤੱਕ ਜਿਹੜੀ ਹੈਗੀ ਹੈ ਇਸ ਨੂੰ ਸ਼ੁਰੂਆਤ ਹੋਣੀ ਚਾਹੀਦੀ ਹੈ। ਤਾਂ ਜਿਹੜੀ ਇਹਦੀ ਸ਼ੁਰੂਆਤ ਹੈ ਤਾਂ ਇਹਦੀ ਸ਼ੁਰੂਆਤ ਜਿਹੜੀ ਹੈਗੀ ਹੈ ਉਹ 6th ਕਲਾਸ ਤੋਂ ਹੋਣੀ ਹੈ। 6th ਕਲਾਸ ਤੋਂ ਜਿਹੜੀ ਹੈਗੀ ਇਹਦੀ ਸ਼ੁਰੂਆਤ ਹੈ ਉਹ ਹੋ ਜਾਣੀ ਹੈ। ਅੱਛਾ, ਮੈਂ ਤੁਹਾਨੂੰ ਹੋਰ ਗੱਲ ਦੱਸ ਦਿੱਤੀ ਜਾਵੇ ਕਿ ਵੋਕੇਸ਼ਨਲ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ 6th ਕਲਾਸ ਤੋਂ ਲੈ ਕੇ ਸ਼ੁਰੂ ਹੋ ਜਾਣੀ ਹੈ। ਤੇ ਇਹ ਸਰਕਾਰ ਦਾ ਟੀਚਾ ਕਿੰਨੇ ਤਰੀਕ ਤੱਕ ਜਿਹੜਾ ਰੱਖਿਆ ਗਿਆ ਹੈਗਾ, ਕਦੋਂ ਤੱਕ ਜਿਹੜੇ ਹੈਗੇ ਆ 50% ਬੱਚਿਆਂ ਨੂੰ ਜਿਹੜੇ ਹੈਗੇ ਆ ਵੋਕੇਸ਼ਨਲ ਐਜੂਕੇਸ਼ਨ ਪ੍ਰਾਪਤ ਕਰ ਸਕਣਗੇ। ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ ਹੈ ਕਿ 50% ਜਿਹੜੇ ਬੱਚੇ ਆ ਉਹ ਵੋਕੇਸ਼ਨਲ ਐਜੂਕੇਸ਼ਨ, ਠੀਕ ਹੈ, ਵੋਕੇਸ਼ਨਲ ਐਜੂਕੇਸ਼ਨ ਪ੍ਰਾਪਤ ਕਰ ਸਕਣਗੇ। ਤਾਂ ਤੁਸੀਂ ਰਾਈਟ ਆਨਸਰ ਕੀ ਦੇਣਾ ਹੈ? ਤਾਂ ਤੁਸੀਂ ਰਾਈਟ ਆਨਸਰ ਦੇਣਾ ਜੀ 2025 ਤੱਕ। 2025 ਤੱਕ ਤਾਂ ਕੀ ਦੱਸੋਗੇ ਕਿ ਐਜੂਕੇਸ਼ਨ ਜਿਹੜਾ ਹੈਗਾ, ਜਦੋਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਿਆਤੀ ਗਈ ਸੀ ਨਾ, ਤਾਂ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੇਕਰ ਤੁਸੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰ ਰਹੇ ਹੋ ਤਾਂ ਇਹਦੇ ਵਿੱਚ ਜਿਹੜੀ ਹੈਗੀ ਹੈ ਵੋਕੇਸ਼ਨਲ ਐਜੂਕੇਸ਼ਨ ਲਿਆਉਣੀ ਬਹੁਤ ਜ਼ਰੂਰੀ ਹੈ। ਤੇ ਵੋਕੇਸ਼ਨਲ ਐਜੂਕੇਸ਼ਨ ਨੂੰ ਕੀ ਕੀਤਾ ਜਾਊਗਾ ਕਿ 6ਵੀਂ ਕਲਾਸ ਤੋਂ ਲੈ ਕੇ 6ਵੀਂ ਕਲਾਸ ਤੋਂ ਜਿਹੜੇ ਹੈਗੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਸ਼ੁਰੂਆਤ ਕੀਤੀ ਜਾਊਗੀ। ਤਾਂ ਉਹਦੀ ਜਿਹੜੀ ਸ਼ੁਰੂਆਤ ਹੈ 2025 ਤੱਕ ਜਿਹੜਾ ਅੰਕੜਾ ਹੈ ਉਹ ਵੋਕੇਸ਼ਨਲ ਐਜੂਕੇਸ਼ਨ ਹਾਸਲ ਕਰ ਸਕਣਗੇ ਬੱਚੇ। ਵੋਕੇਸ਼ਨਲ ਐਜੂਕੇਸ਼ਨ ਦੇ ਵਿੱਚ ਕੀ ਹੋਊਗਾ ਕਿ ਮੈਂ ਉਹ ਵੀ ਤੁਹਾਨੂੰ ਦੱਸ ਦਿੰਦਾ ਕਿ ਵੋਕੇਸ਼ਨਲ ਜਿਹੜੀ ਐਜੂਕੇਸ਼ਨ ਹੈ, ਜਿਹੜੀ, ਤਾਂ ਉਹਦੇ ਵਿੱਚ ਕੀ ਹੋਊਗਾ ਕਿ ਕੰਪਿਊਟਰ ਕੋਡਿੰਗ, ਠੀਕ ਹੈ ਨਾ। ਕੰਪਿਊਟਰ ਕੋਡਿੰਗ ਦੇ ਵਿੱਚ ਕੀ ਹੈ ਕਿ ਲੈਂਗੁਏਜ ਕੰਪਿਊਟਰ ਦੀ ਕਰਾਈ ਜਾਊਗੀ। ਤਾਂ ਉਸ ਲੈਂਗੁਏਜ ਦੇ ਵਿੱਚ ਕੀ ਹੋਊਗਾ ਕਿ ਬੱਚੇ ਅੱਗੇ ਜਾ ਕੇ, ਕਈ ਬੱਚੇ ਇੱਦਾਂ ਦੇ ਹੁੰਦੇ ਆ ਕਿ ਇੰਟੈਲੀਜੈਂਟ ਸ਼ਾਰਪ ਮਾਈਂਡ ਦੇ ਹੁੰਦੇ ਨੇ, ਤਾਂ ਉਹ ਬੱਚੇ ਅੱਗੇ ਜਾ ਕੇ ਕੀ ਆ ਆਪਣਾ ਰੁਜ਼ਗਾਰ ਤੋਰ ਸਕਦੇ ਨੇ, ਉਹ ਆਪਣੇ ਅੱਗੇ ਜਾ ਕੇ ਪੈਰਾਂ 'ਤੇ ਖੜੇ ਹੋ ਸਕਦੇ ਨੇ। ਇਸ ਕਰਕੇ ਜਿਹੜੀ ਹੈਗੀ ਹੈ ਵੋਕੇਸ਼ਨਲ ਐਜੂਕੇਸ਼ਨ ਦਾ ਜਿਹੜਾ ਟੀਚਾ ਜਿਹੜਾ ਹੈਗਾ ਉਹ ਰੱਖਿਆ ਗਿਆ ਸੀ। ਅੱਛਾ, ਮੈਂ ਤੁਹਾਨੂੰ ਹੋਰ ਵੀ ਟੀਚੇ ਥੋੜ੍ਹੇ ਡਿਸਕਸ ਕਰ ਲਾਂ ਤੁਹਾਡੇ ਨਾਲ, ਤੁਹਾਡੇ ਵਾਸਤੇ ਇੰਪੋਰਟੈਂਟ ਨੇ, ਉਹਨਾਂ ਨੂੰ ਜ਼ਰੂਰ ਯਾਦ ਰੱਖਿਓ ਕਿਹੜੇ ਹੋਣਗੇ, ਉਹ ਕਿਹੜੇ ਹੋਣਗੇ। ਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕੀਤੀ ਜਾਵੇ ਹਾਂਜੀ, ਕਹਿੰਦਾ ਵੀ 2025 ਤੱਕ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਉਹ ਕਿਹੜਾ ਹੋਵੇਗਾ। ਹਾਂਜੀ, 2025 ਤੱਕ 3 ਤੋਂ ਲੈ ਕੇ 6 ਸਾਲ ਦੇ ਬੱਚੇ, 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ, 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ 100% ਜਿਹੜੀ ਹੈਗੀ ਹੈ 100% ਪ੍ਰੀ ਪ੍ਰਾਇਮਰੀ ਸਿੱਖਿਆ ਦਿੱਤੀ ਜਾਊਗੀ। ਪ੍ਰੀ ਪ੍ਰਾਇਮਰੀ, ਠੀਕ ਹੈ। ਇਹ ਅੰਕੜਾ ਕਿਹਦੇ ਵਿੱਚ ਲਾਗੂ ਕੀਤਾ ਗਿਆ ਸੀਗਾ? ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ। ਕਹਿੰਦਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਕਿਹਾ ਗਿਆ ਸੀ ਕਿ 2025 ਤੱਕ ਕੀ ਹੋਣਾ ਚਾਹੀਦਾ ਹੈ, 3 ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਹੈ ਉਹ 100% ਕਰ ਦਿੱਤੀ ਜਾਊਗੀ। ਸੈਂਟਰ ਸਰਕਾਰ ਦਾ ਇਹ ਟੀਚਾ ਸੀ ਕਿ 3 ਸਾਲ ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਹੈਗੀ ਹੈ 100% ਜਿਹੜੀ ਹੈਗੀ ਹੈ ਦਿੱਤੀ ਜਾਊਗੀ। ਸਾਰੇ ਬੱਚਿਆਂ ਨੂੰ ਕੀ ਕੀਤਾ ਜਾਊਗਾ? ਪ੍ਰੀ ਪ੍ਰਾਇਮਰੀ ਕਲਾਸਾਂ ਦੇ ਨਾਲ ਜੋੜਿਆ ਜਾਊਗਾ। ਸ਼ੁਰੂਆਤ ਜਿਹੜੀ ਹੈਗੀ ਹੈ ਉਹਨਾਂ ਦੀ ਪ੍ਰੀ ਪ੍ਰਾਇਮਰੀ ਕਲਾਸਾਂ ਤੋਂ ਕੀਤੀ ਜਾਊਗੀ। ਇਸ ਅੰਕੜੇ ਨੂੰ ਜ਼ਰੂਰ ਯਾਦ ਰੱਖਿਓ। ਨੰਬਰ 2 ਤੇ ਉੱਤੇ ਕੀ ਸੀਗਾ ਕਿ ਨੰਬਰ 2 ਦੇ ਉੱਤੇ ਸੀ ਮੈਂ ਤੁਹਾਨੂੰ ਦੱਸਿਆ ਹੋਇਆ ਕਿ 5th ਕਲਾਸ ਜਿਹੜੇ ਹੈਗੇ ਆ ਉਹ ਮਦਰ ਟੰਗ ਲੈਂਗੁਏਜ ਹੈ ਨਾ, ਇਹ ਤੁਹਾਨੂੰ ਮੈਂ ਦੱਸ ਚੁੱਕਿਆ ਮਦਰ ਟੰਗ ਲੈਂਗੁਏਜ, ਠੀਕ ਹੈ। ਇਹ 5th ਕਲਾਸ ਤੋਂ 8th ਕਲਾਸ ਤੱਕ ਹੋ ਸਕਦੀ ਹੈ। ਉਸ ਤੋਂ ਬਾਅਦ ਤੁਹਾਨੂੰ ਦੱਸਿਆ ਸੀਗਾ ਕਿ ਤੁਹਾਨੂੰ ਇੱਕ ਡਿਸਕਸ ਕਰਾਂ ਕਿ ਇੱਕ ਟੈਸਟ ਲੈਤਾ ਜਾਵੇਗਾ, ਜਿਸ ਟੈਸਟ ਦਾ ਨਾਮ ਸੀਗਾ ਪਰਖ,
ਕੀ ਸੀਗਾ ਜੀ? ਪਰਖ। ਪਰਖ ਨਾਮ ਦਾ ਇੱਕ ਟੈਸਟ ਲੈਤਾ ਜਾਵੇਗਾ। ਉਹ ਕਿਹੜੀ ਕਿਹੜੀ ਕਲਾਸ ਦਾ ਹੋਵੇਗਾ? ਉਹ ਕਲਾਸ ਹੋਵੇਗਾ ਜੀ 3 ਕਲਾਸ, 5th ਕਲਾਸ ਐਂਡ 8th ਕਲਾਸ। 3 ਕਲਾਸਾਂ ਦਾ ਇੱਕ ਪਰਖ ਨਾਮ ਦਾ ਇੱਕ ਟੈਸਟ ਲੈਤਾ ਜਾਵੇਗਾ। ਉਹ ਸਰਕਾਰ ਦੁਆਰਾ ਇੱਕ ਪਰਖ ਨਾਮ ਦਾ ਟੈਸਟ ਲੈਤਾ ਜਾਵੇਗਾ। ਕਿਹੜੀ ਕਲਾਸ ਦਾ ਹੋਵੇਗਾ? ਤੀਸਰੀ, 3rd, 5th ਐਂਡ 8th ਕਲਾਸ ਦੇ ਬੱਚਿਆਂ ਦਾ ਪੇਪਰ ਲਿਆ ਜਾਵੇਗਾ। ਅਤੇ ਉਸ ਪੇਪਰ ਦੇ ਆਧਾਰ 'ਤੇ ਬੱਚਿਆਂ ਦੀ ਜਿਹੜੀ ਹੈਗੀ ਹੈ ਡਿਵੈਲਪਮੈਂਟ, ਬੱਚਿਆਂ ਦਾ ਜਿਹੜਾ ਹੈਗਾ ਇੰਟਰਸਟ ਦੇਖਿਆ ਜਾਵੇਗਾ ਕਿ ਬੱਚਿਆਂ ਦਾ ਇੰਟਰਸਟ ਕਿਸ ਚੀਜ਼ ਦੇ ਵੱਲ ਹੈ, ਬੱਚਿਆਂ ਦਾ ਇੰਟਰਸਟ ਕਿਹੜੀ ਲਾਈਨ ਦੇ ਵੱਲ ਹੈ। ਉਸ ਇੰਟਰਸਟ ਨੂੰ ਦੇਖਦੇ ਹੋਏ ਬੱਚੇ ਨੂੰ ਕੀ ਕੀਤਾ ਜਾਊਗਾ? ਉਸ ਲਾਈਨ ਦੇ ਵਿੱਚ ਐਡਮਿਸ਼ਨ ਕਰਵਾਈ ਜਾਊਗੀ, ਬੱਚੇ ਨੂੰ ਉਸ ਲਾਈਨ ਦੇ ਵਿੱਚ ਭੇਜਿਆ ਜਾਵੇਗਾ। ਤਾਂ ਇਹ ਜਿਹੜੀ ਚੀਜ਼ ਹੈ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਨੇ, ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਨੈਕਸਟ ਟੌਪਿਕ ਕੀ ਸੀਗਾ ਇਹਦੇ ਵਿੱਚ ਹੀ ਕਿ ਬੱਚਿਆਂ ਨੂੰ ਬ੍ਰੇਕਫਾਸਟ ਵੀ ਦਿੱਤਾ ਜਾਵੇਗਾ। ਮਿਡ ਡੇ ਮੀਲ ਦੇ ਵਿੱਚ ਮਿਡ ਡੇ ਮੀਲ ਦੇ ਵਿੱਚ ਬੱਚਿਆਂ ਨੂੰ ਕੀ ਕੀਤਾ ਜਾਊਗਾ? ਬ੍ਰੇਕਫਾਸਟ। ਬ੍ਰੇਕਫਾਸਟ ਵੀ ਦਿੱਤਾ ਜਾਊਗਾ। ਪਹਿਲਾਂ ਤਾਂ ਕੀ ਸੀਗਾ ਕਿ ਦੁਪਹਿਰ ਦਾ ਖਾਣਾ ਹੀ ਦਿੱਤਾ ਜਾਂਦਾ ਸੀ। ਇਸ ਵਾਰ ਕੀ ਕੀਤਾ ਜਾਊਗਾ ਕਿ ਬੱਚਿਆਂ ਨੂੰ ਮਿਡ ਡੇ ਮੀਲ ਦੇ ਵਿੱਚ ਬ੍ਰੇਕਫਾਸਟ ਵੀ ਦਿੱਤਾ ਜਾਊਗਾ। ਹਾਂ, ਇਹਦੇ ਵਿੱਚ ਹੋਰ ਵੀ ਇੰਪਲੀਮੈਂਟ ਹੋਇਆ ਸੀ ਕਿ 10ਵੀਂ ਦੇ ਕਲਾਸ ਦੇ ਜਿਹੜੇ 10ਵੀਂ 10th ਤੇ 10th ਇੱਕ ਮਿੰਟ 10th ਐਂਡ +2 ਦੇ ਪੇਪਰ ਹੋਣਗੇ, ਪਰ ਉਹਨਾਂ ਦੇ ਵਿੱਚ ਕੀ ਕੀਤਾ ਜਾਊਗਾ? ਚੇਂਜ ਹੋਵੇਗਾ। 10th ਐਂਡ +2 ਦੇ ਪੇਪਰ ਜ਼ਰੂਰ ਹੋਣਗੇ, ਪਰ ਉਹਨਾਂ ਦੇ ਵਿੱਚ ਜਿਹੜਾ ਹੈਗਾ ਰੀਡਿਜ਼ਾਈਨ ਜਾਂ ਉਹਨਾਂ ਦੇ ਵਿੱਚ ਕੁਝ ਚੇਂਜ ਕੀਤਾ ਜਾਵੇਗਾ। ਇਹ ਵੀ ਜਿਹੜੀ ਹੈਗੀ ਹੈ ਨਵਾਂ ਜਿਹੜਾ ਹੈਗਾ ਉਹਦੇ ਵਿੱਚ ਸਿਸਟਮ ਲਿਆ ਗਿਆ ਸੀਗਾ। ਉਸ ਤੋਂ ਬਾਅਦ ਨੈਕਸਟ ਕੀ ਸੀ ਕਿ ਭਾਰਤ ਸਰਕਾਰ ਦੁਆਰਾ 2030 ਦਾ ਇੱਕ ਟੀਚਾ ਰੱਖਿਆ ਗਿਆ ਸੀ, ਜਿਸ ਵਿੱਚ 100% ਬੱਚੇ ਕੀ ਕਰਨਗੇ ਜੀ? 12ਵੀਂ ਕਲਾਸ ਕਰਨਗੇ, +2 ਤੱਕ ਪੜ੍ਹ ਜਾਣਗੇ। ਭਾਰਤ ਸਰਕਾਰ ਇੰਪੋਰਟੈਂਟ ਬਣੇਗਾ, ਬਹੁਤ ਜ਼ਿਆਦਾ ਇੰਪੋਰਟੈਂਟ ਬਣੇਗਾ ਕਿ ਭਾਰਤ ਸਰਕਾਰ ਦਾ ਇੱਕ ਟੀਚਾ ਰੱਖਿਆ ਗਿਆ ਸੀ, ਜਿਹਦੇ ਵਿੱਚ ਕੀ ਕੀਤਾ ਗਿਆ? ਉਹਨਾਂ ਨੇ ਕਿ ਭਾਰਤ ਸਰਕਾਰ ਦਾ ਇੱਕ ਟੀਚਾ ਰੱਖਿਆ ਗਿਆ ਕਿ 2030 ਤੱਕ ਕੀ ਕੀਤਾ ਜਾਊਗਾ ਕਿ ਭਾਰਤ ਦੇ ਵਿੱਚ ਜਿੰਨੇ ਵੀ ਬੱਚੇ ਰਹਿੰਦੇ ਨੇ, ਭਾਰਤ ਦੇ ਵਿੱਚ ਜਿੰਨੇ ਵੀ ਬੱਚੇ ਪੜ੍ਹ ਰਹੇ ਨੇ, ਉਹਨਾਂ ਨੂੰ 2030 ਤੱਕ ਜਿਹੜਾ ਹੈਗਾ +2 ਤੱਕ ਜਿਹੜਾ ਹੈਗਾ ਕਰਵਾ ਦਿੱਤੀ ਜਾਊਗੀ। ਤਾਂ ਇਹ ਜਿਹੜੀ ਨਵੀਂ ਪਾਲਿਸੀ ਦੇ ਵਿੱਚ ਲਾਗੂ ਕੀਤਾ ਗਿਆ ਸੀਗਾ ਜਿਹੜਾ ਹੈਗਾ ਸੈਂਟਰ ਸਰਕਾਰ ਦੁਆਰਾ। ਤਾਂ ਇੰਨੇ ਜਿਹੜੇ ਟੌਪਿਕ ਹੈ ਬਹੁਤ ਜ਼ਰੂਰੀ ਬਣਦੇ ਨੇ, ਇਹ ਜਿਹੜੇ ਹੈਗੇ ਜ਼ਰੂਰ ਯਾਦ ਰੱਖਿਓ। 16ਵਾਂ ਕੁਐਸਚਨ ਕੀ ਕਹਿੰਦਾ? ਦਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਿਲ ਬੀ ਰਿਪਲੇਸ। ਕਹਿੰਦਾ ਵੀ 2020 ਦੀ ਜਿਹੜੀ ਪਾਲਿਸੀ ਸੀ ਉਸ ਤੋਂ ਪਹਿਲਾਂ ਕਦੋਂ ਰਿਪਲੇਸ ਜਿਹੜਾ ਹੈਗਾ ਕੀਤਾ ਗਿਆ ਸੀ। ਮੈਂ ਤੁਹਾਨੂੰ ਦੁਬਾਰਾ ਪਹਿਲੇ ਕੁਐਸਚਨ ਤੇ ਲੈ ਜਾਂਦਾ ਕਿ ਫਸਟ ਪਾਲਿਸੀ ਜਿਹੜੀ ਹੈਗੀ ਸੀ 1968 ਦੇ ਵਿੱਚ ਲਾਗੂ ਕੀਤੀ ਗਈ ਸੀ। 1968 ਦੇ ਵਿੱਚ ਇਹ ਲਾਗੂ ਕੀਤੀ ਗਈ ਕਿਹਦੇ ਦੁਆਰਾ? ਇੰਦਰਾ ਗਾਂਧੀ ਦੁਆਰਾ। ਸੈਕੰਡ 1986 ਦੇ ਵਿੱਚ ਕਿਹਦੇ ਦੁਆਰਾ? 1986 ਦੇ ਵਿੱਚ ਜਿਹੜੀ ਨਵੀਂ ਪਾਲਿਸੀ ਲਾਗੂ ਕੀਤੀ ਗਈ ਸੀ ਰਾਜੀਵ ਗਾਂਧੀ। ਕਿਹਦੇ ਦੁਆਰਾ? ਰਾਜੀਵ ਗਾਂਧੀ ਦੁਆਰਾ। ਰਾਜੀਵ ਗਾਂਧੀ ਦੁਆਰਾ। ਤੇ ਥਰਡ ਜਿਹੜੀ ਪਹਿਲੀ ਹੋ ਗਈ 1968, ਸੈਕੰਡ ਜਿਹੜੀ ਹੋ ਗਈ ਉਹ 1986 ਰਾਜੀਵ ਗਾਂਧੀ, ਤੇ ਥਰਡ ਜਿਹੜੀ ਹੈਗੀ ਹੈ ਥਰਡ ਜਿਹੜੀ ਹੈਗੀ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੁਆਰਾ। ਕਿਹਦੇ ਦੁਆਰਾ? ਨਰਿੰਦਰ ਮੋਦੀ। ਕਿਹਦੇ ਦੁਆਰਾ? ਨਰਿੰਦਰ ਮੋਦੀ ਦੁਆਰਾ। ਠੀਕ ਹੈ ਜੀ। ਤਾਂ ਇਹ ਤਿੰਨ ਪਾਲਿਸੀਆਂ ਜਿਹੜੀਆਂ ਹੈਗੀਆਂ ਲਾਗੂ ਹੋਈਆਂ ਨੇ। ਤਾਂ ਉਹਨਾਂ ਨੇ ਪੁੱਛਿਆ ਕਦੋਂ ਰਿਪਲੇਸ ਕੀਤੀ ਗਈ ਸੀ, ਤਾਂ ਜਿਹੜਾ 16ਵੇਂ ਦਾ ਆਨਸਰ ਰਾਈਟ ਆਨਸਰ ਕੀ ਹੋ ਜਾਵੇਗਾ?
ਤਾਂ ਰਾਈਟ ਆਨਸਰ ਕੀ ਹੋਵੇਗਾ ਜੀ? ਰਾਈਟ ਆਨਸਰ ਹੋਵੇਗਾ ਵੀ। ਰਾਈਟ ਆਨਸਰ ਕੀ ਹੋਵੇਗਾ ਕਿ 1986 ਦੇ ਵਿੱਚ ਜਿਹੜੀ ਹੈਗੀ ਆ ਉਸ ਤੋਂ ਬਾਅਦ ਜਿਹੜੀ ਹੈਗੀ ਆ ਹੁਣ ਰਿਪਲੇਸ ਕੀਤੀ ਗਈ ਹੈ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਲਾਸਟ ਕੁਐਸਚਨ ਕੀ ਅੱਜ ਦਾ ਕਿ ਲਾਸਟ ਕੁਐਸਚਨ ਕੀ ਹੈ? ਵਟ ਵਿਲ ਬੀ ਏਜ ਆਫ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ECC। ਮੈਂ ਤੁਹਾਨੂੰ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦਾ ਕਿ ਇਸ ਦੀ ਫੁੱਲ ਫਾਰਮ ਮੈਂ ਜੇ ਤੁਹਾਡੇ ਨਹੀਂ ਯਾਦ ਹੁੰਦੀ ਤਾਂ ਰੱਟਾ ਲਾ ਲਿਓ ਭਾਈ, ਠੀਕ ਹੈ ਨਾ, ਵੀ ਰੱਟਾ ਲਾ ਲਿਓ। ਇਸ ਦੀ ਫੁੱਲ ਫਾਰਮ ਕੀ ਹੈ? ਬਹੁਤ ਵਾਰ ਪੁੱਛੀ ਗਈ ਵੀ ਹੈ CTET ਦੇ ਵਿੱਚ, PTET ਦੇ ਵਿੱਚ, ਤੇ ਮੈਂ ਤੁਹਾਨੂੰ ਕਹਿਣਾ ਵੀ 101% ਕਲੀਅਰ ਹੈ ਕਿ ਇਸ ਪੇਪਰ ਦੇ ਵਿੱਚ ਵੀ ਤੁਹਾਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਜਿਹੜੀ ਹੈਗੀ ਹੈ ਜ਼ਰੂਰ ਪੁੱਛਿਆ ਜਾਵੇਗਾ ਕਿ ECCE ਦੀ ਫੁੱਲ ਫਾਰਮ ਦੱਸੀ ਜਾਵੇ। ਤਾਂ ਸਾਰੀ ਜਿੰਨੀ ਵੀ ਸਾਈਕੋ ਡਿਪੈਂਡ ਕਰਦੀ ਹੈ ਉਹ ECC ਦੇ ਉੱਪਰ ਹੀ ਡਿਪੈਂਡ ਕਰਦੀ ਹੈ। ਤਾਂ ਵਟ ਵਿਲ ਬੀ ਏਜ ਆਫ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦੀ ਜਿਹੜੀ ਫੁੱਲ ਫਾਰਮ ਹੈ ਉਹ ਕੀ ਹੋਵੇਗੀ? ਠੀਕ ਹੈ ਨਾ, ਇਹ ਕੀ ਹੈ? ਇਹਦੀ ਫੁੱਲ ਫਾਰਮ ਹੀ ਹੈ, ਠੀਕ ਹੈ ਨਾ। ਤੇ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤਾਂ ਕਿੰਨੀ ਏਜ ਹੋਵੇਗੀ ਤਾਂ ਉਹਦੇ ਬਾਰੇ ਪੁੱਛਿਆ ਗਿਆ ਗਾ। 17ਵੇਂ ਦਾ ਕਿੰਨੀ ਏਜ ਹੋਵੇਗੀ? ਤਾਂ 17ਵੇਂ ਦੇ ਵਿੱਚ ਦਾ ਆਨਸਰ ਕੀ ਹੋਵੇਗਾ? ਰਾਈਟ ਆਨਸਰ ਜਿਹੜਾ ਹੈਗਾ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਾਰਿਆਂ ਨੇ ਜਿਹੜਾ ਹੈਗਾ ਤੁਹਾਡੇ ਵਾਸਤੇ ਕੁਐਸਚਨ ਹੈ ਇਹ, ਤੁਸੀਂ ਸਾਰਿਆਂ ਨੇ ਇਸ ਦਾ ਕੁਐਸਚਨ ਦਾ ਜਿਹੜਾ ਹੈਗਾ ਤੁਸੀਂ ਆਨਸਰ ਜ਼ਰੂਰ ਦੇਣਾ ਹੈ। ਤਾਂ ਸਾਰਿਆਂ ਨੇ ਕੱਲੇ ਕੱਲੇ ਕੈਂਡੀਡੇਟ ਨੇ, ਮੈਂ ਅਗਲੀ ਕਲਾਸ ਦੇ ਵਿੱਚ ਜਿਹੜੇ ਹੈਗੇ ਉਹਨਾਂ ਦੇ ਡਿਸਕਸ ਜਿਹੜੇ ਇਹਦੇ ਆਨਸਰ ਨੇ ਉਹ ਡਿਸਕਸ ਜ਼ਰੂਰ ਕਰਾਂਗਾ। ਤਾਂ ਹਰੇਕ ਕੈਂਡੀਡੇਟ ਨੇ ਆਪਣਾ ਜਿਹੜਾ ਹੈਗਾ ਆਨਸਰ ਜ਼ਰੂਰ ਦੇਣਾ। ਅੱਛਾ, ਮੈਂ ਤੁਹਾਡੇ ਨਾਲ ਇੱਕ ਪਿਛਲੀ ਵਾਰੀ ਇੱਕ ਕੁਐਸਚਨ ਜਿਹੜੇ ਹੈਗੇ ਆ ਵੀਡੀਓ ਜਿਹੜੀ ਪਿਛਲੇ MCQ ਦੀ ਵੀਡੀਓ ਸੀ ਉਹ ਡਿਸਕਸ ਕੀਤੀ ਸੀ। ਤਾਂ ਉਹਦੇ ਵਿੱਚ ਜਿਹੜੇ ਹੈਗੇ ਆ ਟੀਚਰ ਐਂਡ ਲਰਨਿੰਗ ਪ੍ਰੋਸੈਸ ਦਾ ਸੀ। ਉਹਦੇ ਲਾਸਟ 2 ਕੁਐਸਚਨ ਮੈਂ ਤੁਹਾਡੇ ਵਾਸਤੇ ਛੱਡੇ ਸੀ। ਤਾਂ ਉਹ ਲਾਸਟ 2 ਕੁਐਸਚਨ ਕਿਹੜੇ ਸੀਗੇ ਉਹਨਾਂ ਨੂੰ ਮੈਂ ਦੇਖ ਕੇ ਆਪਾਂ ਉਹਨਾਂ ਦੇ ਆਨਸਰ ਤੁਹਾਨੂੰ ਦੱਸ ਦਿੰਦਾ। ਅੱਛਾ, ਇੱਕ ਸੀਗਾ ਜੀ 29 ਕੁਐਸਚਨ ਸੀਗਾ ਕਿ ਚੰਗਾ ਸਿਖਾਉਣ ਲਈ ਕੀ ਜ਼ਰੂਰੀ ਹੁੰਦਾ ਗਾ? ਚੰਗਾ ਜਿਹੜਾ ਹੈਗਾ ਸਿਖਾਉਣ ਦੇ ਲਈ ਕੀ ਜ਼ਰੂਰੀ ਹੁੰਦਾ? ਨਿਦਾਨ, ਉਪਾਅ, ਦਿਸ਼ਾ ਅਤੇ ਉਪਰੋਕਤ ਸਾਰੇ। ਤਾਂ ਇਹਨਾਂ ਦੇ ਵਿੱਚੋਂ ਕੀ ਆਨਸਰ ਸੀ 29 ਦਾ ਉਹ ਤੁਹਾਡੇ ਨਾਲ ਡਿਸਕਸ ਕਰ ਲੈਣਾ। ਮੈਂ ਟੀਚਿੰਗ ਐਂਡ ਲਰਨਿੰਗ ਦਾ ਇੱਕ MCQ ਸੀਗਾ ਉਹਦੇ ਬਾਰੇ ਡਿਸਕਸ ਕਰ ਰਿਹਾ। ਤਾਂ ਉਹਦਾ 29ਵਾਂ ਕੁਐਸਚਨ ਸੀ। 29ਵੇਂ ਦਾ ਆਪਸ਼ਨ ਜਿਹੜਾ ਆਵੇਗਾ ਤਾਂ 29ਵੇਂ ਦਾ ਆਪਸ਼ਨ ਜਿਹੜਾ ਆਉਣਾ ਸੀਗਾ ਉਹ ਆਉਣਾ ਸੀਗਾ ਜੀ ਕੀ ਹੋਵੇਗਾ? ਉਹਨਾਂ ਦੇ ਵਿੱਚੋਂ ਉਹ ਨਿਦਾਨ ਵੀ ਹੋਣਾ ਚਾਹੀਦਾ, ਉਪਾਅ ਵੀ ਹੋਣੇ ਚਾਹੀਦੇ, ਦਿਸ਼ਾ ਵੀ ਹੋਣਾ ਚਾਹੀਦਾ। ਤਾਂ ਉਪਰੋਕਤ ਸਾਰੇ D ਆਨਸਰ ਆਉਣਾ ਸੀ। ਤਾਂ ਇੱਕ ਸੀਗਾ 30 ਕੁਐਸਚਨ ਤੁਹਾਡਾ 30ਵਾਂ ਕੁਐਸਚਨ ਦਾ ਰਾਈਟ ਆਨਸਰ ਕੀ ਹੋਣਾ ਸੀਗਾ? ਕੁਐਸਚਨ ਕੀ ਸੀਗਾ ਕਿ ਵਿਵਹਾਰ ਵਿੱਚ ਬਦਲਾਵ ਸੰਭਵ ਹੋ ਸਕਦਾ ਹੈਗਾ। ਵਿਵਹਾਰ ਦੇ ਵਿੱਚ ਬਿਹੇਵੀਅਰ ਦੇ ਵਿੱਚ ਕਹਿਣ ਦਾ ਮਤਲਬ ਕਿ ਬਿਹੇਵੀਅਰ ਦੇ ਵਿੱਚ ਚੇਂਜ ਸੰਭਵ ਹੋ ਸਕਦਾ ਕਿ ਨਹੀਂ ਹੋ ਸਕਦਾ? ਕਹਿੰਦਾ ਸੰਭਵ ਹੋ ਸਕਦਾ। ਆਪਸ਼ਨ A ਅਭਿਆਸ ਦੁਆਰਾ, ਆਪਸ਼ਨ B ਤਜਰਬੇ ਦੁਆਰਾ, ਆਪਸ਼ਨ C ਸਿਖਲਾਈ ਦੁਆਰਾ ਤੇ ਆਪਸ਼ਨ D ਉਪਰੋਕਤ ਸਾਰੇ ਹੋਣੇ ਚਾਹੀਦੇ ਨੇ। ਤਾਂ ਕਿਹੜੀ ਚੀਜ਼ ਕਾਰਨ ਜਿਹੜਾ ਹੈਗਾ ਵਿਵਹਾਰ ਬਿਹੇਵੀਅਰ ਦੇ ਵਿੱਚ ਬੰਦਾ ਚੇਂਜ ਕਰ ਸਕਦਾ ਹੈਗਾ? ਤਾਂ ਰਾਈਟ ਆਨਸਰ ਇਹਦਾ ਕੀ ਆਵੇਗਾ? ਤਾਂ ਇਹਦਾ ਵੀ ਜਿਹੜਾ ਰਾਈਟ ਆਨਸਰ ਆਉਣਾ ਸੀ ਤਾਂ ਉਹ ਜਿਹੜਾ ਰਾਈਟ ਆਨਸਰ ਇਹਦਾ ਆਉਣਾ ਸੀ ਉਹ ਵੀ ਜਿਹੜਾ ਆਪਸ਼ਨ D ਆਉਣਾ ਸੀ। ਤਾਂ ਇਹਦਾ ਰਾਈਟ ਆਨਸਰ ਆਉਣਾ ਸੀਗਾ ਤਾਂ ਉਹ ਵੀ D ਆਉਣਾ ਸੀ। ਤਾਂ 2 ਕੁਐਸਚਨਾਂ ਦੇ ਜਿਹੜੇ ਆਨਸਰ ਨੇ ਮੈਂ ਤੁਹਾਨੂੰ ਜਿਹੜੇ ਹੈਗੇ ਆ ਮੈਂ ਤੁਹਾਡੇ ਲਈ ਛੱਡੇ ਸੀਗੇ, ਠੀਕ ਹੈ। ਕਾਫੀ ਕੈਂਡੀਡੇਟਾਂ ਦੇ ਕੁਐਸਚਨਾਂ ਦੇ ਆਨਸਰ ਆਏ, ਬਿਲਕੁਲ ਉਹਨਾਂ ਦੇ ਠੀਕ ਵੀ ਸੀਗੇ, ਕਈ ਸਟੂਡੈਂਟ ਜਿਹੜੇ ਹੈਗੇ ਰੋਂਗ ਕਰ ਗਏ ਸੀ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਇਹ ਤੁਹਾਡੇ ਜਿਹੜੇ ਹੈਗੇ ਆ ਤੁਹਾਨੂੰ ਆਨਸਰ ਕੀ ਵੀ ਮਿਲ ਜਾਵੇਗੀ। ਕੋਈ ਵੀ ਕੈਂਡੀਡੇਟ ਜਿਹੜੀ ਹੈਗੀ ਆ ਕੋਈ ਪ੍ਰੋਬਲਮ ਆ ਕਿਸੇ ਸਿਲੇਬਸ ਦੇ ਵਿੱਚ ਕੋਈ ਸਮਝ ਨਹੀਂ ਆਇਆ ਤਾਂ ਉਹ ਇਸ ਨੰਬਰ ਦੇ ਉੱਪਰ ਅਕੈਡਮੀ ਦਾ ਨੰਬਰ ਹੈ ਜਿਹੜਾ ਹੈਗਾ 94643, ਠੀਕ ਹੈ, 95331, ਠੀਕ ਹੈ ਜੀ। ਉਸ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਜਿਹੜਾ ਹੈਗਾ ਰਾਬਤਾ ਕਾਇਮ ਕਰ ਸਕਦੇ ਹੋ। ਤਾਂ ਵੱਧ ਤੋਂ ਵੱਧ ਜਿਹੜੇ ਹੈਗੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੈਂਡੀਡੇਟ ਦੇ ਜਿਹੜਾ ਹੈਗਾ ਬੈਨੀਫਿਟ ਹੋ ਸਕੇ। ਜਿੰਨੇ ਵੀ ਕੈਂਡੀਡੇਟ ਜਿਹੜੇ ਹੈਗੇ ਆ NTT ਦੀ ਤਿਆਰੀ ਕਰ ਰਹੇ ਨੇ, ਵਲੰਟੀਅਰ, ਖਾਸ ਕਰਕੇ ਵਲੰਟੀਅਰ। ਅੱਛਾ, ਤੁਹਾਨੂੰ ਹੋਰ ਦੱਸ ਦਿੱਤਾ ਜਾਵੇ ਕਿ ਇਸੇ ਹਫਤੇ ਦੇ ਵਿੱਚ, ਠੀਕ ਹੈ, ਅੱਜ ਜਾਂ ਕੱਲ੍ਹ ਤੱਕ ਜਿਹੜੇ ਹੈਗੇ ਤੁਹਾਡੇ ਰੋਲ ਨੰਬਰ ਜਿਹੜੇ ਹੈਗੇ ਆ ਰੋਲ ਨੰਬਰ ਅਪਡੇਟ ਹੋ ਜਾਣਗੇ, ਠੀਕ ਹੈ ਜੀ। ਰੋਲ ਨੰਬਰ ਤੁਹਾਡੇ ਅਪਡੇਟ ਹੋ ਜਾਣਗੇ। ਉਹਨਾਂ ਦੁਆਰਾ ਕਿਹਾ ਗਿਆ ਹੈ ਕਿ 4 ਤੋਂ 5 ਸੈਂਟਰ ਜਿਹੜੇ ਹੈਗੇ ਆ ਬਣਾਏ ਗਏ ਆ, ਠੀਕ ਹੈ ਜੀ। 4 ਤੋਂ 5 ਸੈਂਟਰ ਜਿਹੜੇ ਹੈਗੇ ਆ ਐਗਜ਼ਾਮ ਸੈਂਟਰ ਬਣਾਏ ਗਏ ਆ। ਤਾਂ ਸਾਰਿਆਂ ਨੂੰ ਜ਼ਿਆਦਾ ਦੂਰ ਤੱਕ ਨਹੀਂ ਜਾਣਾ ਪਵੇਗਾ ਮੇਰੇ ਹਿਸਾਬ ਨਾਲ, ਜਿਵੇਂ ਬਠਿੰਡਾ, ਲੁਧਿਆਣਾ, ਅੰਮ੍ਰਿਤਸਰ, ਠੀਕ ਹੈ, ਮੋਹਾਲੀ। ਤਾਂ ਉਹਨਾਂ ਨੇ ਉਸ ਏਰੀਏ ਦੇ ਅਕੋਰਡਿੰਗ ਹੀ ਉਹ ਸੈਂਟਰਾਂ ਨੂੰ ਜਿਹੜਾ ਹੈਗਾ ਤਬਦੀਲ ਕੀਤੇ ਗਏ ਨੇ। ਤਾਂ ਜ਼ਿਆਦਾ ਦੂਰ ਨਹੀਂ ਹੋਣਗੇ, ਸਾਰਿਆਂ ਦੇ ਏਰੀਏ ਵਾਈਜ਼ ਜਿਹੜੇ ਹੈਗੇ ਸੈਂਟਰ ਜਿਹੜੇ ਹੈਗੇ ਰੈਡੀ ਕੀਤੇ ਗਏ ਨੇ। ਤਾਂ ਪੇਪਰ ਲਈ ਜਿਹੜੇ ਹੈਗੇ ਜਲਦੀ ਤੋਂ ਜਲਦੀ ਰੋਲ ਨੰਬਰ ਜਿਹੜਾ ਹੈਗਾ ਅਪਲੋਡ ਕਰਨਗੇ, ਉਹਨਾਂ ਦੀ ਸਾਈਟ ਦੇ ਉੱਪਰ ਕਰ ਦਿੱਤੇ ਜਾਣਗੇ। ਅਤੇ ਜਲਦੀ ਤੋਂ ਜਲਦੀ ਮੈਂ ਜਦੋਂ ਵੀ
ਰੋਲ ਨੰਬਰ ਦਾ ਨੋਟੀਫਿਕੇਸ਼ਨ ਆ ਸਕਦਾ ਹੈ, ਤਾਂ ਮੈਂ ਜਲਦੀ ਤੋਂ ਜਲਦੀ ਤੁਹਾਨੂੰ ਜਿਹੜਾ ਹੈਗਾ ਵੀਡੀਓ ਬਣਾ ਕੇ ਸੈਂਡ ਕਰਾਂਗਾ ਕਿੱਦਾਂ ਤੁਸੀਂ ਰੋਲ ਨੰਬਰ ਨੂੰ ਜਿਹੜਾ ਹੈਗਾ ਡਾਊਨਲੋਡ ਕਰਨਾ ਹੈ, ਰੋਲ ਨੰਬਰ ਦੇ ਵਿੱਚ ਕੀ ਕੀ ਹਦਾਇਤਾਂ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਨਾਲ ਲਿਜਾ ਸਕਦੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ। ਤੁਹਾਨੂੰ ਹੰਬਲ ਰਿਕੁਐਸਟ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇ। ਥੈਂਕ ਯੂ।